ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਾਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਮਚਿਓ ਲੋਹਗੜ੍ਹ ਜੰਗ ਇਮ ਭਇਓ ਸ਼ਬਦ ਵਿਕਰਾਲ। ਮਨਹੁ ਭਾੜ ਧਾਨਾ ਪੁਜੇ ਤੜ ਭੜ ਭਈ ਵਿਸਾਲ। ਮਚਿਓ ਲੋਹਗੜ੍ਹ ਜੰਗ ਇਮ ਭਇਓ ਸ਼ਬਦ ਵਿਕਰਾਲ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਛਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ
ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੀ ਹੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁੱਖਾਂ ਦੇ ਸਾਗਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਜੀ ਦਾ ਰੂਪ ਗੁਰੂ ਪਿਆਰੀ ਸੰਗਤ ਜੀ, ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਸੁਖ ਨਿਧਾਨ ਸਤਿਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਆਪ ਜੀ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਸਤਿਗੁਰੂ ਜੀ ਦੇ ਕੋਲ ਇੱਕ ਸਿੱਖ ਬਹੁਤ ਤੇਜ਼ੀ ਦੇ ਨਾਲ ਲਾਹੌਰ ਤੋਂ ਆਇਆ ਹੈ। ਉਹਨੇ ਆ ਕੇ ਮਹਾਰਾਜ ਜੀ ਨੂੰ ਰਾਤ ਦੱਸਿਆ। ਸਤਿਗੁਰੂ ਜੀ ਆਰਾਮ ਕਰ ਰਹੇ ਸਨ, ਹੋਰ ਸੰਗਤਾਂ ਸਾਰੀਆਂ ਆਰਾਮ ਕਰਨ ਲਈਆਂ। ਉਹਨੇ ਆ ਕੇ ਦੱਸਿਆ ਵੀ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਗਿਣਤੀ ਵਿੱਚ ਫੌਜ ਹਮਲਾ ਕਰ ਰਹੀ ਹੈ। ਸਾਰੀ ਕਥਾ ਤੁਸੀਂ ਸੁਣੀ ਹੈ, ਫੌਜਾਂ ਨੇ ਹਮਲਾ ਕਿਉਂ ਕੀਤਾ ਜੀ। ਮੁਗਲਸ ਖਾਨ ਨੂੰ 7000 ਬੰਦਾ ਦੇ ਕੇ ਫੌਜ ਦੇ ਕੇ ਤੇ ਸ਼ਾਹਜਹਾਂ ਅੰਮ੍ਰਿਤਸਰ ਭੇਜਿਆ ਜੀ। ਉਹਨੇ ਕਹਿਣ ਲੱਗਾ ਮਹਾਰਾਜ ਬਸ ਫੌਜ ਪਹੁੰਚੀ ਸਮਝੋ। ਗੁਰੂ ਸਾਹਿਬ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸੇ ਵੇਲੇ 25 ਗੁਰੂ ਕੇ ਸਿੱਖਾਂ ਨੂੰ ਮਹਾਰਾਜ ਜੀ ਨੇ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਭੇਜਿਆ ਜੀ। ਮਹਾਰਾਜ ਕਹਿੰਦੇ ਉੱਥੇ ਜਾਓ, ਲੋਹਗੜ੍ਹ ਸਾਹਿਬ ਜਾ ਕੇ ਤੇ ਉੱਥੇ ਰੱਖਿਆ ਕਰੋ। ਤੁਸੀਂ ਕਹਿਣ ਲੱਗੇ ਭਾਵ ਉੱਥੇ ਡਟੋ। ਸਿੱਖ ਚਲੇ ਗਏ। ਫਿਰ ਇੱਕ ਸਿੱਖ ਮਹਾਰਾਜ ਜੀ ਦੇ ਕੋਲ ਆਇਆ, ਸਤਿਗੁਰੂ ਜੀ ਉੱਥੇ ਕੋਈ ਤੋਪ ਨਹੀਂ ਹੈ, ਫੌਜਾਂ ਬਹੁਤ ਵੱਡੀ ਗਿਣਤੀ ਵਿੱਚ ਆ ਰਹੀਆਂ ਹਨ, ਜੇ ਕਿਤੇ ਤੋਪ ਹੋਵੇ ਅਸੀਂ ਤੋਪ ਚਲਾਈਏ ਤੇ ਸਾਡਾ ਬਚਾਅ ਹੋ ਜਾਏਗਾ ਜੀ। ਗੁਰੂ ਸਾਹਿਬ ਮਹਾਰਾਜ ਨੇ ਫਿਰ ਬਚਨ ਕੀਤਾ ਵੀ ਕਿਲੇ ਦੇ ਵਿੱਚ ਇੱਕ ਪਾਸੇ ਖੋਖਲੀ ਲੱਕੜ ਪਈ ਹੈ, ਲੱਕੜ ਦਾ ਖੋਲ ਪਿਆ ਇੱਕ। ਮਹਾਰਾਜ ਕਹਿੰਦੇ ਉਹਨੂੰ ਰੱਖੋ ਕੰਧ ਤੇ ਚਲਾ ਦਿਓ। ਕਹਿੰਦੇ ਮਹਾਰਾਜ ਇਹਦੇ ਵਾਸਤੇ ਬਰੂਦ ਵੀ ਚਾਹੀਦਾ, ਨਾਲੇ ਲੱਕੜ ਦੀ ਤੋਪ, ਤੇ ਫਿਰ ਬਰੂਦ ਨਹੀਂ ਹੈਗਾ। ਮਹਾਰਾਜ ਕਹਿੰਦੇ ਇੱਟਾਂ ਰੋੜੇ ਢੇਮਾਂ ਜੋ ਲੱਭਦਾ ਵਿੱਚ ਪਾਈ ਜਾਓ ਤੇ ਪਲੀਤਾ ਦਾਗ ਦਿਓ, ਅੱਗੇ ਜਾ ਕੇ ਇਉਂ ਹੀ ਡਿੱਗੇਗਾ ਜਿਵੇਂ ਬੰਬ ਡਿੱਗਦਾ ਹੈ, ਧਮਾਕਾ ਹੋਏਗਾ। ਉਹ ਇਸੇ ਤਰ੍ਹਾਂ ਹੀ ਹੋਇਆ ਜੀ। ਫਿਰ ਗੁਰੂ ਕੇ ਸਿੱਖ ਚਲੇ ਗਏ ਤੇ ਲੋਹਗੜ੍ਹ ਸਾਹਿਬ 7000 ਫੌਜ ਨੂੰ ਰੋਕ ਕੇ ਰੱਖਿਆ ਜੀ 25 ਗੁਰੂ ਕੇ ਸਿੱਖਾਂ ਨੇ ਜੀ। ਹਾਂਜੀ, ਕੁਝ ਰਾਤ ਸੀਗੀ ਜੀ, ਇਹਦਾ ਵੀ ਅਸਰ ਸੀ, ਪਰ ਉਹਨਾਂ ਇਹੋ ਹੀ ਸੋਚਿਆ ਵੀ ਗੁਰੂ ਜੀ ਨੂੰ ਅਸੀਂ ਰਾਤੋਂ ਰਾਤ ਹੀ ਫੜ ਲੈਣਾ ਹੈ ਜੀ। ਤੇ ਮੂਰਖ ਸਨ, ਮੂਰਖ ਸੋਚਾਂ ਉਹਨਾਂ ਨੇ ਸੋਚੀਆਂ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮਚਿਓ ਲੋਹਗੜ੍ਹ ਜੰਗ ਇਮ ਭਇਓ ਸ਼ਬਦ ਬਿਕਰਾਲ। ਲੋਹਗੜ੍ਹ ਸਾਹਿਬ ਜਿੱਥੇ ਕਿਲਾ, ਉੱਥੇ ਫਿਰ ਜੰਗ ਹੋਣ ਲੱਗ ਪਈ। ਉਧਰੋਂ ਫੌਜਾਂ ਆ ਰਹੀਆਂ ਨੇ, ਇਧਰੋਂ ਇਹ ਤੋਪਾਂ ਚਲਾ ਰਹੇ ਹਨ। ਖੂਬ ਜੰਗ ਹੋਇਆ ਜੀ। ਹਾਂਜੀ, ਮਨਹੁ ਭਾੜ ਧਾਨਾ ਭੁਜੇ ਤੜ ਭੜ ਭਈ ਵਿਸਾਲ। ਜਿਵੇਂ ਸਾਧ ਸੰਗਤ ਜੀ ਭੱਠੀ ਦੇ ਵਿੱਚ ਦਾਣੇ ਭੁੱਜਦੇ ਨਾ, ਉਹਦੇ ਤੜਪੜ 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 ਆਵਾਜ਼ ਆਉਂਦੀ ਹੈ, ਇਸ ਤਰੀਕੇ ਨਾਲ ਗੋਲੀਆਂ ਦੀ ਆਵਾਜ਼ ਆ ਰਹੀ ਹੈ। ਸਾਰੇ ਅੰਮ੍ਰਿਤਸਰ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਫੌਜਾਂ ਦਾ ਹਮਲਾ ਹੋ ਗਿਆ ਹੈ। ਹਾਂਜੀ, ਪਾਦੜੀ ਛੰਦ
ਸੁਨ ਤਬੈ ਸ਼ਬਦ ਸ੍ਰੀ ਹਰਗੋਬਿੰਦ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਤੜਪੜ 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 ਗੋਲੀਆਂ ਦੀ ਆਵਾਜ਼ ਆ ਰਹੀ ਸੀਗੀ ਜੀ। ਜਦੋਂ ਮਹਾਰਾਜ ਸਤਿਗੁਰੂ ਜੀ ਨੇ ਉਹ ਆਵਾਜ਼ਾਂ ਸੁਣਿਆ ਮਨ ਮੈਂ ਸੁਜਾਨ ਦਲ ਹੈ ਬਿਲੰਦ। ਤੇ ਗੁਰੂ ਸਾਹਿਬ ਸੁਜਾਨ ਆਪਣੇ ਮਨ ਵਿੱਚ ਜਾਣ ਗਏ ਜੀ। ਸੱਚੇ ਪਾਤਸ਼ਾਹ ਮਹਾਰਾਜ ਜਾਣ ਗਏ ਕਿ ਦਲ ਵੱਡਾ ਹੀ ਆ ਰਿਹਾ, ਬਹੁਤ ਵੱਡੀ ਗਿਣਤੀ ਵਿੱਚ ਫੌਜ ਆਈ ਹੈ। ਹਾਂਜੀ, ਨਿਕਸੇ ਨਿਕੇਤ ਤੇ ਵਹਿਰ ਆਏ। ਧੰਨ ਗੁਰੂ ਹਰਗੋਬਿੰਦ ਸਾਹਿਬ ਫਿਰ ਗੁਰੂ ਕੇ ਮਹਿਲੋਂ ਰਾਤ ਨੂੰ ਬਾਹਰ ਆ ਗਏ ਜੀ। ਹਾਂਜੀ, ਸਭ ਸ਼ਸਤਰ ਅੰਗ ਲੀਨੇ ਸਜਾਏ। ਸ਼ਸਤਰ ਮਹਾਰਾਜ ਨੇ ਸਜਾ ਲਏ ਜੀ ਆਪਣੇ ਸਰੀਰ ਤੇ। ਮਹਾਰਾਜ ਜੀ ਨੇ ਤਲਵਾਰ, ਤੇਗਾ, ਧਨੁਖ, ਤੀਰ, ਕਮਾਨ ਸਭ ਕੁਝ ਸਜਾ ਲਿਆ ਜੀ। ਹਾਂਜੀ, ਸਭ ਸਨਦ ਬੱਧ ਹੋਇ ਆਏ ਸੂਰ। ਤੇ ਉਹਨਾਂ ਚਿਰ ਨੂੰ ਦੱਸਣਾ ਨਹੀਂ ਪਿਆ ਜੀ, ਸੂਰਮੇ ਆਪੇ ਹੀ ਆ ਗਏ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਇੱਥੇ ਤੇ ਆਵਾਜ਼ ਮਾਰੋ ਕਮਰਿਆਂ ਚੋਂ, ਫਿਰ ਵੀ ਨਾ ਬੰਦਾ ਨਿਕਲੇ ਤਾਂ ਮਾੜੀ ਗੱਲ ਹੈ ਨਾ। ਪਤਾ ਲੱਗਾ ਵੀ ਗੋਲੀਆਂ ਚੱਲਣ ਦਈਆਂ ਤੇ ਹਮਲਾ ਹੋ ਗਿਆ ਜੀ। ਸਾਰੇ ਗੁਰੂ ਕੇ ਸਿੱਖ ਤਿਆਰ ਹੋ ਗਏ ਨਾ ਜੀ, ਤੇ ਆਪੋ ਆਪਣੀਆਂ ਰਿਹਾਇਸ਼ਾਂ ਚੋਂ ਬਾਹਰ ਨਿਕਲ ਆਏ ਜੀ। ਹਾਂਜੀ, ਬੋਲਤ ਗਰੂਰ ਗੁਰ ਕੇ ਹਦੂਰ। ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆ ਗਏ ਤੇ ਮਹਾਰਾਜ ਨੂੰ ਕਹਿਣ ਲੱਗੇ ਜੀ। ਹਾਂਜੀ, ਅਬ ਬਿਲਮ ਕਹਾਂ ਆਗਿਆ ਸੋ ਦੇਹ। ਸੱਚੇ ਪਾਤਸ਼ਾਹ ਹਮਲਾ ਹੋ ਗਿਆ, ਕਿਰਪਾ ਕਰੋ, ਦੇਰ ਨਾ ਲਾਓ ਤੇ ਸਾਨੂੰ ਹੁਕਮ ਕਰੋ, ਅਸੀਂ ਜਾਈਏ। ਜਿਸ ਤੇ ਮਲੇਸ਼ਗਨ ਮਾਰ ਲਿਹੋ। ਇਹਨਾਂ ਮਲੇਸ਼ਾਂ ਨੂੰ ਮਾਰ ਸੁੱਟਣਾ ਮਹਾਰਾਜ ਸੱਚੇ ਪਾਤਸ਼ਾਹ। ਇਹਨਾਂ ਨੇ ਗੁਰੂ ਕੀ ਪੁਰੀ ਉੱਤੇ ਹਮਲਾ ਕੀਤਾ ਆ ਕੇ। ਹਾਂਜੀ, ਤਿਸ ਸਮੈ ਗੁਰੂ ਹੈ ਇੱਕ ਇਕੰਤ। ਮੁਖ ਸੁਪਟ ਹਕਾਰ ਕੀਨਸ ਮਤੰਤ। ਗੁਰੂ ਸਾਹਿਬ ਫਿਰ ਇਕੱਲੇ ਹੋ ਗਏ ਜੀ। ਤੇ ਜਿਹੜੇ ਗੁਰਸਿੱਖਾਂ ਵਿੱਚੋਂ ਮੁਖੀ ਸਿੱਖ ਸੀਗੇ, ਤੇ ਨਿਰੇ ਸਿੱਖ ਹੀ ਨਹੀਂ ਸੀਗੇ, ਯੋਧੇ ਵੀ ਸੀਗੇ ਜੀ, ਸੂਰਮੇ ਵੀ ਸੀਗੇ, ਉਹਨਾਂ ਸਾਰਿਆਂ ਨੂੰ ਸੱਦਿਆ ਜੀ। ਹਾਂਜੀ, ਇੱਕ ਮਹਾਬਲੀ ਪੈਂਦਾ ਪਠਾਨ। ਉਹਨਾਂ ਵਿੱਚ ਕੌਣ ਕੌਣ ਹੈ ਜੀ? ਪੈਂਦੇ ਖਾਂ ਹੈ ਜੀ। ਪੈਂਦੇ ਖਾਂ ਨੂੰ ਗੁਰੂ ਜੀ ਨੇ ਸੱਦਿਆ। ਇਹ ਅੰਮ੍ਰਿਤ ਵੇਲੇ ਮੀਟਿੰਗ ਕਰ ਰਹੇ, ਮਹਾਰਾਜ ਮੀਟਿੰਗ ਕਰ ਰਹੇ ਨੇ। ਹਾਂਜੀ, ਕੋ ਨਹੀਂ ਵੀਰ ਤਿਸ ਕੇ ਸਮਾਨ। ਹੁਣ ਪੈਂਦੇ ਖਾਂ ਦਾ ਕੱਦ ਉੱਚਾ ਲੰਬਾ ਬੜਾ ਵੱਡਾ ਜ਼ੋਰ ਹੈ, ਤੁਸੀਂ ਸੁਣਦੇ ਰਹੇ ਇਹਦਾ ਜ਼ੋਰ ਜੀ। ਹਾਂਜੀ, ਪੁੰਨ ਵਿਧੀ ਚੰਦ ਜੋਧਾ ਬਿਲੰਦ। ਫਿਰ ਗੁਰੂ ਸਾਹਿਬ ਦੇ ਬੜੇ ਵੱਡੇ ਯੋਧੇ ਬਾਬਾ ਜੀ, ਬਾਬਾ ਵਿਧੀ ਚੰਦ ਜੀ ਵੀ ਆ ਗਏ ਜੀ। ਇਹਨਾਂ ਨੂੰ ਆਵਾਜ਼ਾਂ ਨਹੀਂ ਮਾਰਨੀਆਂ ਪਈਆਂ। ਜਦੋਂ ਵੇਖਿਆ ਵੀ ਹਮਲਾ ਹੋ ਗਿਆ, ਉਸੇ ਵੇਲੇ ਹੀ ਸਾਰੇ ਮਹਾਰਾਜ ਕੋ ਆ ਗਏ। ਹਾਂਜੀ, ਲਖ ਦਾਵ ਘਾਵ ਔਰ ਨਾ ਮਿਨੰਦ। ਬਾਬਾ ਵਿਧੀ ਚੰਦ ਸਾਹਿਬ ਜੀ ਨਾ ਜੀ ਦਾ ਲਾਉਣ ਵਿੱਚ ਬੜੇ ਅੱਗੇ ਸੀਗੇ ਜੀ। ਲਖ ਦਾਵ ਘਾਵ ਔਰ ਨਾ ਮਨਿੰਦ, ਹੋਰ ਕੋਈ ਬਾਬਾ ਜੀ ਵਰਗਾ ਨਹੀਂ ਸੀਗਾ ਜੀ। ਦਾ ਲਾਉਣਾ ਵੀ ਕਈਆਂ ਨੂੰ ਆਉਂਦਾ ਜੀ, ਗੱਲ ਕਰਨ ਦਾ ਵੀ ਦਾ ਹੀ ਹੁੰਦਾ ਜਿਹਦਾ ਲੱਗ ਜੇ ਜੀ। ਹਾਂਜੀ, ਬਹੁ ਚਤੁਰ ਛਤਰ ਹਿਤ ਰਚ ਉਪਾਏ। ਫਿਰ ਬਾਬਾ ਵਿਧੀ ਚੰਦ ਜੀ ਸਿਆਣੇ ਵੀ ਬੜੇ ਨੇ ਜੀ। ਹਾਂਜੀ, ਛਲ ਲੇਤ ਛਿਨਕ ਮੈਂ ਕਰੈ ਹਦਾਏ। ਇਹੋ ਜੀ ਰਚਨਾ ਕਰਦੇ, ਇਹੋ ਜਿਹਾ ਤਰੀਕਾ ਕੱਢਦੇ ਸੀ ਵੀ ਬੰਦੇ ਕੋਲੋਂ ਮਾਇਆ ਲੈ ਲੈਂਦੇ, ਉਹਨੂੰ ਪਤਾ ਨਹੀਂ ਲੱਗਣ ਦਿੰਦੇ ਜੀ। ਹਾਂਜੀ, ਉਹ ਤੁਸੀਂ ਪਹਿਲੀ ਕਥਾ ਉਹਨਾਂ ਦੀ ਅੱਗੇ ਜਾ ਕੇ ਆਏਗੀ, ਸੁਣ ਲਿਓ। ਹਾਂਜੀ, ਮੋਹਨ ਗੋਪਾਲ ਨਵਲੂ ਨਿਹਾਲ। ਭਾਈ ਮੋਹਨ ਜੀ, ਭਾਈ ਗੋਪਾਲ ਜੀ, ਭਾਈ ਨਿਵਲੂ ਜੀ, ਭਾਈ ਨਿਹਾਲਾ ਜੀ। ਭਾਈ ਨਿਵਲੂ ਜੀ ਤੇ ਨਿਹਾਲਾ ਜੀ ਕਥਾ ਕਰਦੇ ਜੀ ਦੋਵੇਂ। ਹਾਂਜੀ, ਤੇ ਮੇਰੀ ਕਥਾ ਹੀ ਨਹੀਂ ਕਰਦੇ, ਯੋਧੇ ਵੀ ਬੜੇ ਵੱਡੇ ਹੈਗੇ ਜੀ। ਮੇਰੇ ਵਰਗੇ ਨੂੰ ਕਹੋ ਤਲਵਾਰ ਚਲਾ ਤੇ ਸਾਹ ਚੜ ਜਾਏਗਾ ਜੀ। ਹਾਂਜੀ, ਇਹ ਯੋਧੇ ਵੀ ਬੜੇ ਵੱਡੇ ਨੇ ਜੀ। ਹਾਂਜੀ, ਇਹ ਚਤੁਰ ਸੂਰ ਚਾਤੁਰ ਵਿਸਾਲ। ਇਹ ਬੰਦੂਕ ਚਲਾਉਣ ਵਿੱਚ ਬੜੇ ਅੱਗੇ ਦੀ ਹੈ ਜੀ। ਬੜੇ ਸਿਆਣੇ ਸੂਰਮੇ ਨੇ ਦੋਵੇਂ ਜੀ। ਇਹ ਭਾਈ ਮੋਹਨ ਜੀ, ਗੋਪਾਲ ਜੀ, ਨਿਵਲੂ ਜੀ, ਨਿਹਾਲੂ ਜੀ। ਹਾਂਜੀ, ਵਿਦਿਆ ਤੁਫੰਗ ਕੀ ਅਧਿਕ ਜਾਨ। ਇਹਨਾਂ ਚਾਰਾਂ ਨੂੰ ਬੰਦੂਕਾਂ ਬੜੀਆਂ ਸੋਹਣੀਆਂ ਚਲਾਉਣੀਆਂ ਆਉਂਦੀਆਂ। ਹੁਣ ਜਿਵੇਂ ਵੇਖੋ ਕ੍ਰਿਕਟ ਦਾ ਖੇਡ ਹੈ, ਕੋਈ ਬੈਟ ਚਲਾਉਂਦਾ ਵਧੀਆ, ਕੋਈ ਬਾਲ ਫੜਦਾ ਵਧੀਆ ਜੀ। ਇਸ ਤਰ੍ਹਾਂ ਹੀ ਜੰਗ ਦੀ ਗੱਲ ਹੁੰਦੀ ਹੈ ਜੀ। ਹਾਂਜੀ, ਇਹ ਬੰਦੂਕ ਬਹੁਤ ਸੋਹਣੀ ਚਲਾਉਂਦੇ ਆ, ਨਿਸ਼ਾਨਾ ਬੜਾ ਪੱਕਾ ਜੀ ਇਹਨਾਂ ਦਾ ਜੀ। ਹਾਂਜੀ, ਰਿਪ ਸਮੁਖ ਦੇਖ ਘਰ ਦੋ ਨਾ ਜਾਨ। ਕਹਿੰਦੇ ਆਪਣੇ ਸਾਹਮਣੇ ਦੁਸ਼ਮਣ ਨੂੰ ਵੇਖ ਕੇ ਜਾਣ ਨਹੀਂ ਸੀ ਦਿੰਦੇ ਕਿਸੇ ਦੂਜੇ ਬੰਨੇ ਜੀ। ਇੰਨੀ ਛੇਤੀ ਗੋਲੀ ਚਲਾਉਂਦੇ ਸਨ ਇਹ ਚਾਰੋਂ ਹੀ। ਹਾਂਜੀ, ਇੱਕ ਸੁਭੱਟ ਪਿਰਾਣਾ ਸਮਸ਼ ਪੀਨ। ਇੱਕ ਹੋਰ ਗੁਰੂ ਸਾਹਿਬ ਜੀ ਦਾ ਸੂਰਮਾ ਹੈ ਜਿਨ੍ਹਾਂ ਦਾ ਨਾਮ ਹੈ ਭਾਈ ਪਿਰਾਣਾ ਜੀ।
ਹਾਂਜੀ। ਤੋਮਰ ਪ੍ਰਹਾਰ ਜਾਣਹਿ ਪਰਬੀਨ। ਸਾਧ ਸੰਗਤ ਜੀ ਉਹ ਵੀ ਤੋਮਰ ਚਲਾਉਣੀ ਜਾਣਦੇ ਆ, ਬਹੁਤ ਸੋਹਣੀ ਜਾਣਦੇ, ਕੋਈ ਮੁਕਾਬਲਾ ਨਹੀਂ ਸੀਗਾ ਜੀ। ਹਾਂਜੀ। ਪੁੰਨ ਕਰੈ ਖੜਗ ਕੇ ਦਾਵ ਘਾਵ। ਫਿਰ ਤਲਵਾਰ ਚਲਾਉਣੀ ਵੀ ਬੜੀ ਆਉਂਦੀ ਭਾਈ ਪੁਰਾਣਾ ਜੀ ਨੂੰ। ਹਾਂਜੀ। ਜਬ ਸੁਨੈ ਜੰਗ ਚਿਤ ਹੋਵਹਿ ਚਾਵ। ਜਦੋਂ ਇਹਨਾਂ ਨੂੰ ਪਤਾ ਲੱਗਦਾ ਸੀ ਵੀ ਸ਼ਸਤਰ ਚਲਾਉਣਾ, ਤੇ ਇਹਨਾਂ ਨੂੰ ਚਾਅ ਚੜ ਜਾਂਦਾ ਸੀਗਾ ਜੀ। ਇਹੋ ਜਿਹੇ ਗੁਰੂ ਜੀ ਦੇ ਕੋਲ ਸਿੱਖ ਨੇ। ਹੁਣ ਉਹ ਤੇ ਹੈ ਹਜ਼ਾਰਾਂ, ਇੱਧਰ ਗਿਣਤੀ ਦੇ ਆ, ਪਰ ਜਿਹੜੇ ਗਿਣਤੀ ਦੇ ਆ ਉਹਨਾਂ ਵਿੱਚ ਵੀ ਗੁਣ ਬੜੇ ਆ ਜੀ। ਹਾਂਜੀ। ਪੁੰਨ ਜੈਤੁਰ ਜਾਤੀ ਮਲਕ ਦੋਏ। ਫਿਰ ਜੈਤ ਮਲਕ ਤੇ ਜਾਤੀ ਮਲਕ, ਇਹ ਦੋਵੇਂ ਭਰਾ ਵੀ ਗੁਰੂ ਜੀ ਦੇ ਚਰਨਾਂ ਚ ਆਏ ਜੀ ਉੱਥੇ ਮੀਟਿੰਗ ਚ। ਤੀਰਨ ਪ੍ਰਹਾਰ ਸ਼ਤਰਨ ਪਰੋਏ। ਇਹ ਫਿਰ ਤੀਰ ਚਲਾਉਂਦੇ ਆ ਨਾ, ਤੇ ਜਿਵੇਂ ਫਿਰ ਕੋਈ ਚੀਜ਼ ਪਰੋਈ ਨਹੀਂ ਜਾਈਦੀ ਜੀ, ਸੋਈ ਚ ਚੀਜ਼ ਪਰੋਈ ਜਾਂਦੇ ਇੰਝ ਹੀ ਇਹ ਤੀਰ ਪਰੋਈ ਜਾਂਦੇ ਬੰਦਿਆਂ ਦੇ ਅੰਦਰ ਜੀ। ਹਾਂਜੀ। ਇਤਿਆਦ ਸੁਭਟ ਗੁਰ ਤੀਰ ਆਏ। ਇਸ ਤਰੀਕੇ ਨਾਲ ਇਹ ਯੋਧੇ ਸੂਰਮੇ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਜੀ। ਹਾਏ ਪਰ ਅਰਹੋ ਥਿਤ ਕਿਤਕ ਥਾਏ। ਸਾਸ ਘੋੜਿਆਂ ਤੇ ਸਵਾਰ ਹੋ ਕੇ ਕਈ ਥਾਵਾਂ ਤੇ ਸਥਿਰ ਸਨ, ਉਸੇ ਵੇਲੇ ਹੀ ਮਹਾਰਾਜ ਕੋਲ ਆ ਗਏ ਜੀ। ਹਾਂਜੀ। ਤੋੜੇ ਤੁਖਾਏ ਬਨ ਸਾਵਧਾਨ। ਸਾਵਧਾਨ ਹੋ ਗਏ ਤੇ ਗੋਲੀਆਂ ਚਲਾਉਣ ਦੀ ਪਹਿਲਾਂ ਹੀ ਇਹਨਾਂ ਤਿਆਰੀਆਂ ਕੀਤੀਆਂ ਸੀਗੀਆਂ, ਕੱਸੀਆਂ ਸੀ। ਹੁਣ ਵੇਖੋ ਨਾ ਜੀ, ਉਧਰੋਂ ਹਮਲਾ ਹੋ ਗਿਆ ਜੀ, ਇਧਰੋਂ ਬੰਦਾ ਆ ਕੇ ਮੈਂ ਤੇਰੇ ਪੱਗ ਬੰਨਣੀ ਹੈ, ਆਖੋ ਵਾਹਿਗੁਰੂ। ਉਧਰੋਂ ਹਮਲਾ ਹੋ ਗਿਆ, ਇਹ ਆਖੇ ਜੀ ਨਹੀਂ ਮੇਰੀ ਤਾਂ ਤਲਵਾਰ ਹੀ ਨਹੀਂ ਲੱਭਣ ਦਈ। ਹਾਂਜੀ। ਬਹੁਤੇ ਹੀ ਸਾਵਧਾਨ ਸਨ ਜੀ। ਹਾਂਜੀ। ਵਿੱਚ ਤੁਪਕ ਬਰੂਦ ਗੁਲ ਕਾਂ ਠੁਕਾਨ। ਤੇ ਬੰਦੂਕ 'ਚ ਗੋਲੀਆਂ ਭਰ ਕੇ ਹੀ ਰੱਖਦੇ ਸੀ, ਜਿਹਨੂੰ ਆਪਾਂ ਕਹਿੰਦੇ ਬੰਦੂਕ ਪੂਰੀ ਲੈਸ ਕੀਤੀ ਹੈ ਜੀ, ਪੂਰੀ ਭਰੀ ਹੈ ਜੀ। ਭਰੀਆਂ ਬੰਦੂਕਾਂ ਲੈ ਕੇ ਮਹਾਰਾਜ ਕੋਲ ਆਏ ਜੀ। ਹਾਂਜੀ। ਭਟ ਕਿਤਕ ਦੁਗੁਲਕਾਂ ਬੀਚ ਪਾਏ। ਕਰ ਰਾਖ ਤਿਆਰ ਹਾਥਨ ਉਠਾਏ। ਕਈ ਸਿਪਾਹੀਆਂ ਨੇ ਬੰਦੂਕਾਂ ਗੋਲੀਆਂ ਨਾਲ ਭਰ ਕੇ ਆਪਣੇ ਹੱਥਾਂ 'ਚ ਫੜ ਕੇ ਤਿਆਰ ਕੀਤੀਆਂ ਸੀ ਵੀ ਗੁਰੂ ਜੀ ਹੁਕਮ ਕਰਨ ਤੇ ਉਸੇ ਵੇਲੇ ਛੱਡਣਾ ਸ਼ੁਰੂ ਕਰ ਦੇਣੀਆਂ ਜੀ। ਹਾਂਜੀ। ਚੌਪਈ ਨਿਜ ਸੈਨਾਪਤ ਸਤਿਗੁਰ ਹੇਰੇ। ਤੇ ਸਾਰੇ ਹੁਣ ਆ ਕੇ ਆਪਣੇ ਸੈਨਾਪਤੀ ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖ ਵੱਲ ਵੇਖਦੇ ਆ। ਸਾਦਰ ਕਰੇ ਬਿਠਾਵਨ ਨੇਰੇ। ਮਹਾਰਾਜ ਨੇ ਸਾਰਿਆਂ ਨੂੰ ਆਪਣੇ ਲਾਗੇ ਬਿਠਾ ਲਿਆ। ਸਭ ਸੋ ਕਹਿਓ ਕਰੈ ਮਤ ਕੌਣ। ਲਰਨ ਭਲੋ ਨਹਿ ਅੰਤਰ ਭਉਨ। ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤੁਹਾਡੇ ਨਾਲ ਵਿਚਾਰ ਕਰਨੀ ਵੀ ਹਮਲਾ ਹੋ ਗਿਆ, ਤੇ ਇੱਥੇ ਗੁਰੂ ਦੀ ਨਗਰੀ 'ਚ ਸਾਨੂੰ ਲੜਨਾ ਨਹੀਂ ਚਾਹੀਦਾ। ਕਹਿੰਦੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਲਾਗੇ ਨਹੀਂ ਲੜਨਾ ਚਾਹੀਦਾ। ਹਾਂਜੀ। ਪੁਰ ਕੋ ਤਿਆਗ ਚਲਹਿ ਅਬ ਬਾਹਰ। ਮਹਾਰਾਜ ਕਹਿੰਦੇ ਵੀ ਨਗਰ ਨੂੰ ਛੱਡ ਕੇ ਬਾਹਰ ਚਲੀਏ, ਬਾਹਰ ਮੁਕਾਬਲਾ ਕਰੀਏ ਉਹਨਾਂ ਦਾ। ਫਿਰ ਹੈ ਹੇਰ ਮੈਦਾਨ ਸੋ ਠਾਹਰ। ਮੈਦਾਨ ਵਿੱਚ ਜਾ ਕੇ ਖਲੋਈਏ ਤੇ ਉੱਥੇ ਇਹਨਾਂ ਨੂੰ ਮਾਰੀਏ, ਲਲਕਾਰੀਏ। ਹਾਂਜੀ। ਸਾਧ ਸੰਗਤ ਜੀ, ਖਾਲਸਾ ਕਾਲਜ, ਪਿਪਲੀ ਸਾਹਿਬ, ਇਹ ਸਾਰਾ ਇਲਾਕਾ ਉਦੋਂ ਮੈਦਾਨ ਹੀ ਸੀਗਾ ਜੀ। ਇਹ ਤੇ ਕਿਹੜੇ ਘਰ ਸੀਗੇ ਜੀ, ਕੁਝ ਵੀ ਨਹੀਂ ਸੀ ਉਦੋਂ ਜੀ। ਹਾਂਜੀ। ਰਾਤ ਅੰਧੇਰੀ ਸੂਝਤ ਨਾਹੀ। ਆਨ ਪ੍ਰਵੇਸ਼ ਹੈ ਰਿਪ ਘਰ ਮਾਹੀ। ਮਹਾਰਾਜ ਕਹਿਣ ਲੱਗੇ ਵੀ ਜੇ ਤਾਂ ਅਸੀਂ ਇੱਥੇ ਜੰਗ ਕਰੀਏ ਤੇ ਹਨੇਰਾ, ਰਾਤ ਵੈਰੀ ਘਰ 'ਚ ਆ ਜਾਣਗੇ, ਕੁਝ ਨਹੀਂ ਪਤਾ ਲੱਗਣਾ ਵੀ ਕੌਣ ਵੈਰੀ ਕੌਣ ਆਪਣਾ। ਹਾਂਜੀ। ਆਪਣੋ ਪਰ ਕਾ ਲਖਿਓ ਨਾ ਜਾਈ। ਆਪਣੇ ਪਰਾਏ ਬਾਰੇ ਸਮਝ ਹੀ ਨਹੀਂ ਆਉਣੀ। ਸ਼ਹਿਰ ਦੇ ਵਿੱਚ ਜੇ ਲੜਨ ਲੱਗ ਪਏ। ਹਾਂਜੀ। ਆਪਸ ਵਿਖੇ ਘਾਵ ਤਨ ਘਾਈ। ਤੇ ਆਪਣੇ ਬੰਦਿਆਂ ਨੂੰ ਹੀ ਅਸੀਂ ਤੀਰ ਮਾਰੀ ਜਾਣੇ ਆ। ਆਪਣੇ ਬੰਦੇ ਜ਼ਖਮੀ ਨਾ ਕਰ ਬੈਠੀਏ। ਦੂਰ ਦੂਰ ਜੋਧਾ ਘਰ ਜਾਏ। ਤਬ ਲਰਬੇ ਕੋ ਹੋਵੇ ਨਾ ਉਪਾਏ। ਤੇ ਦੂਰ ਦੂਰ ਜੋਧਾ ਘਿਰ ਜਾਏ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਮਹਾਰਾਜ ਕਹਿੰਦੇ ਫਿਰ ਦੂਰ ਦੂਰ ਤੱਕ ਉਹਨਾਂ ਨੇ ਘੇਰ ਲੈਣਾ, ਸਾਡੇ ਯੋਧੇ ਵੀ ਘਿਰ ਜਾਣਗੇ, ਫਿਰ ਕਿਵੇਂ ਲੜਾਂਗੇ। ਇਸ ਕਰਕੇ ਬਾਰ-ਬਾਰ ਚੱਲੀਏ, ਬਾਹਰ ਜੰਗ ਕਰੀਏ। ਹਾਂਜੀ। ਪੁਰ ਮਹਿ ਲਰਨ ਦੋਸ਼ ਸਮੁਦਾਈ। ਨਗਰ ਵਿੱਚ ਲੜਨਾ ਪਾਪ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਕਿਉਂ? ਇੱਥੇ ਹਰਿਮੰਦਰ ਸਾਹਿਬ ਹੈ। ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਨਹੀਂ ਚਾਹੁੰਦੇ ਵੀ ਹਰਿਮੰਦਰ ਸਾਹਿਬ ਦੇ ਲਾਗੇ ਲੜਿਆ ਜਾਵੇ ਜੀ, ਜੰਗ ਨਹੀਂ ਚਾਹੁੰਦੇ। ਇਹ ਤਾਂ ਸਮੇਂ ਦੀਆਂ ਸਰਕਾਰਾਂ ਨੇ ਹਰਿਮੰਦਰ ਸਾਹਿਬ ਇਹ ਕੁਝ ਕੀਤਾ, ਗੁਰੂ ਜੀ ਨਹੀਂ ਚਾਹੁੰਦੇ ਜੀ। ਮਹਾਰਾਜ ਕਹਿੰਦੇ ਸੁਦਾ ਸਰ ਹਮ ਜੰਗ ਨ ਚਾਹੈ
ਆਵਹਿ ਤੁਰਕ ਅਦਬ ਨਾ ਰਹਿ। ਹਰਿਮੰਦਰ ਸਾਹਿਬ ਦਾ ਸਤਿਕਾਰ ਨਹੀਂ ਰਹੇਗਾ, ਅੰਮ੍ਰਿਤਸਰ ਦਾ ਸਤਿਕਾਰ ਨਹੀਂ ਰਹੇਗਾ। ਜੇ ਮਹਾਰਾਜ ਚਾਹੁੰਦੇ ਨਾ ਤੇ ਦਰਬਾਰ ਸਾਹਿਬ ਮੋਰਚਾਬੰਦੀ ਕਰ ਸਕਦੇ ਸੀਗੇ ਜੀ, ਪਰ ਸਤਿਗੁਰੂ ਜੀ ਨੇ ਨਹੀਂ ਕੀਤੀ ਜੀ। ਹਾਂਜੀ। ਪੁਰ ਮਹਿ ਲਰਨ ਦੋਸ਼ ਸਮੁਦਾਈ। ਨਗਰ ਚ ਲੜਨਾ ਇਹ ਪਾਪ ਹੈ, ਕਹਿਣ ਲੱਗੇ ਗੁਰੂ ਰਾਮਦਾਸ, ਸਾਡੇ ਦਾਦਾ ਜੀ ਦਾ ਨਗਰ ਹੈ ਇਹ। ਹਮਰੋ ਮਤ ਹੋਵੇ ਵਹਿਰ ਲੜਾਈ। ਸਾਡੀ ਤੇ ਇੱਕੋ ਹੀ ਸਲਾਹ ਹੈ ਵੀ ਬਾਹਰ ਜਾ ਕੇ ਲੜੀਏ। ਹਾਂਜੀ। ਚੜੇ ਹਯਨ ਪਰ ਰਿਪਗਨ ਮਾਰੈ। ਫਿਰ ਘੋੜਿਆਂ ਤੇ ਚੜ ਕੇ ਦੁਸ਼ਟਾਂ ਨੂੰ ਮਾਰਾਂਗੇ ਬਾਹਰ। ਕਰਹਿ ਜੰਗ ਅਰ ਰਹਿ ਨਿਕਾਰੈ। ਜੰਗ ਕਰਾਂਗੇ ਤੇ ਇਸ ਨਗਰ ਚੋਂ ਭਜਾ ਦੇਾਂਗੇ, ਮਹਾਰਾਜ ਕਹਿਣ ਲੱਗੇ। ਹਾਂਜੀ। ਪੈਂਦੇ ਖਾਨ ਭਨੀ ਇਹ ਆਛੇ। ਪੈਂਦੇ ਖਾਂ ਕਹਿਣ ਲੱਗਾ ਮਹਾਰਾਜ ਇਹ ਠੀਕ ਹੈ ਗੱਲ। ਹਾਂਜੀ। ਜੋ ਮਸਲਤ ਰਾਵਰ ਚਿਤ ਬਾਂਛੇ। ਜੋ ਆਪ ਚਾਹੁੰਦੇ ਹੋ ਅਸੀਂ ਤਾਂ ਉਹੀ ਕਰਨਾ। ਹਾਂਜੀ। ਤਾਉ ਵਿਚਾਰੋ ਨਿਜ ਪਰਿਵਾਰ। ਇਸ ਕੀ ਰਸ਼ਿਆ ਬਨੈ ਉਦਾਰ। ਪਰ ਇੱਕ ਗੱਲ ਹੈ ਸੱਚੇ ਪਾਤਸ਼ਾਹ, ਬਰਾਤ ਵੀ ਆਉਣ ਵਾਲੀ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਪਰਿਵਾਰ ਦੀ ਰੱਖਿਆ ਵੀ ਬੜੀ ਜ਼ਰੂਰੀ ਹੈ। ਮਹਾਰਾਜ ਮੇਰੀ ਬੇਨਤੀ ਹੈ, ਸੱਚੇ ਪਾਤਸ਼ਾਹ ਜਿਹੜਾ ਪਰਿਵਾਰ ਹੈ ਨਾ, ਇਹਨੂੰ ਬਾਹਰ ਕਿਤੇ ਦੂਰ ਲੈ ਜਾਈਏ। ਹਾਂਜੀ। ਇਨਹਿ ਨਿਕਾਸੋ ਕਰੋ ਅਗਾਰੀ। ਇਹਨਾਂ ਨੂੰ ਕੱਢ ਕੇ ਨਗਰ ਚੋਂ ਕੱਢ ਕੇ ਅਗਲੇ ਕਿਸੇ ਪਾਸੇ ਭੇਜ ਦਈਏ। ਹਾਂਜੀ। ਸਭ ਜੋਧਾ ਗਨ ਰਹੇ ਪਿਸ਼ਾਰੀ। ਜੋਧੇ ਮਗਰ ਮਗਰ ਰਹਿਣਗੇ, ਕੁਝ ਨਹੀਂ ਹੋਏਗਾ। ਹਾਂਜੀ। ਸਦਨ ਸਮਾਜ ਨਾ ਲਾਲਚ ਕਰੋ। ਹਾਂਜੀ। ਸਕਲ ਸਕੇਲ ਏਕ ਥਲ ਧਰੋ। ਹਾਂਜੀ। ਸੋ ਅਸਵਾਰ ਸੰਗ ਇਨ ਰਹੈ। ਨਿਜ ਦਲ ਕੀ ਸਮੀਪਤਾ ਲਹੈ। ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਇਹ ਗੱਲ ਠੀਕ ਹੈ, ਉਹਨਾਂ ਨਾਲ ਉਸ ਅਸਵਾਰ ਰਹਿਣ ਜਿਹੜੇ ਸਾਡੇ ਖਾਸ ਨੇ, ਭਰੋਸੇਮੰਦ ਨੇ। ਹਾਂਜੀ। ਲੜਤ ਰਹੈ ਸ਼ਤਰੁਨ ਕੋ ਮਾਰੈ। ਜਿਹੜੇ ਪਰਿਵਾਰ ਨੂੰ ਦੂਰ ਤੱਕ ਛੱਡ ਕੇ ਆਉਣ, ਨਾਲੇ ਲੜਦੇ ਰਹਿਣ ਤੇ ਦੁਸ਼ਟਾਂ ਨੂੰ ਮਾਰਦੇ ਰਹਿਣ। ਇਹਦੇ ਲਈ ਯੋਧੇ ਬੰਦੇ ਚਾਹੀਦੇ ਆ ਜੀ। ਹਾਂਜੀ। ਭਰਹਿ ਤੁਫੰਗਨ ਧਰਹਿ ਪ੍ਰਹਾਰੈ। ਛੇਤੀ ਛੇਤੀ ਬੰਦੂਕਾਂ ਭਰਨ ਤੇ ਛੇਤੀ ਛੇਤੀ ਮਾਰਨਾ। ਬੰਦੂਕ 'ਚ ਗੋਲੀ ਪਾਉਣੀ ਫਿਰ ਮਾਰਨੀ, ਟਾਈਮ ਤੇ ਲੱਗਦਾ ਹੀ ਹੈ। ਪਰ ਗੁਰੂ ਕੇ ਸਿੱਖ ਬੜੇ ਫੁਰਤੀਲੇ ਸੀਗੇ ਇਸ ਕੰਮ ਵਿੱਚ, ਸਾਧ ਸੰਗਤ ਜੀ। ਹਾਂਜੀ। ਲਰਤ ਜੇ ਆਗੈ ਪਾਛੈ ਹੱਲੈ। ਤਬ ਕੁਟੰਬ ਸੋ ਭਟ ਸੋ ਮਿਲੈ। ਹਾਂਜੀ। ਨਵਲਾ ਸੈਨਾਪਤੀ ਮਿਲਾਵੋ। ਇਸ ਕਾਰਜ ਪਰ ਤੇ ਠਹਿਰਾਵੋ। ਤੇ ਪੈਂਦੇ ਖਾਂ ਕਹਿਣ ਲੱਗਾ ਸੱਚੇ ਪਾਤਸ਼ਾਹ, ਭਾਈ ਨਿਵਲਾ ਜੀ ਸੈਨਾਪਤੀ ਵੀ ਨੇ, ਯੋਧੇ ਵੀ ਨੇ, ਸੂਰਮੇ ਵੀ ਨੇ। ਮਹਾਰਾਜ ਉਹਨਾਂ ਨੂੰ ਆਖੀਏ ਉਹ ਪਰਿਵਾਰ ਉਥੋਂ ਅੰਮ੍ਰਿਤਸਰ ਸ਼ਹਿਰ ਵਿੱਚੋਂ ਕੱਢ ਕੇ ਬਾਹਰ ਲੈ ਆਉਣ। ਹਾਂਜੀ। ਸੁਨ ਕਰ ਨੀਕੇ ਹਰ ਗੋਬਿੰਦ। ਸੱਚੇ ਪਾਤਸ਼ਾਹ ਜੀ ਨੇ ਇਹ ਚੰਗੀ ਸਲਾਹ ਸੁਣੀ ਜੀ। ਜ਼ਰੂਰੀ ਸੀਗਾ ਕਿ ਸਤਿਗੁਰੂ ਜੀ ਦਾ ਪਰਿਵਾਰ, ਮਾਤਾਵਾਂ, ਸਾਹਿਬਜ਼ਾਦੇ ਛੋਟੇ ਛੋਟੇ ਆ, ਉਹਨਾਂ ਨੂੰ ਬਾਹਰ ਕਿਸੇ ਸੇਫ ਜਗ੍ਹਾ ਤੇ ਲੈ ਕੇ ਜਾਇਆ ਜਾਵੇ। ਨਵਲੇ ਕੋ ਦੇ ਕਰ ਭਟ ਬ੍ਰਿੰਦ। ਗੁਰੂ ਸਾਹਿਬ ਜੀ ਨੇ ਕੁਝ ਸੂਰਮੇ ਭਾਈ ਨਿਵਲਾ ਜੀ ਨੂੰ ਦਿੱਤੇ। ਭੇਜਿਓ ਸਭ ਪਰਿਵਾਰ ਨਿਕਾਸਨ। ਤੇ ਸਾਰਾ ਪਰਿਵਾਰ ਮਹਾਰਾਜ ਕਹਿਣ ਲੱਗੇ ਵੀ ਬਾਹਰ ਲੈ ਕੇ ਆਓ। ਹਾਂਜੀ। ਦਿਜ ਧੀਰਜ ਕੋ ਮਨ ਹੈ ਤਰਾਸ ਨਾ। ਆਖੋ ਵਾਹਿਗੁਰੂ। ਦਿਜ ਧੀਰਜ ਕੋ ਮਨ ਹੈ ਤਰਾਸ ਨਾ। ਮਹਾਰਾਜ ਕਹਿਣ ਲੱਗੇ ਵੀ ਧੀਰਜ ਦਿਓ, ਪਰਿਵਾਰ ਨੂੰ ਕਿਉਂ ਡਰਿਓ ਨਾ। ਹੁਣ ਹਮਲਾ ਹੋ ਗਿਆ, ਇਹ ਅਚਾਨਕ ਹੀ ਹੋਇਆ ਕੰਮ, ਸਾਧ ਸੰਗਤ ਦੀ। ਹਾਂਜੀ। ਦੋਹਰਾ ਪਾਠ ਨਵਲੇ ਕੋ ਸਤਿਗੁਰੂ। ਸਭ ਕੋ ਬਾਕ ਸੁਨਾਏ। ਗੁਰੂ ਹਰਗੋਬਿੰਦ ਸਾਹਿਬ ਭਾਈ ਨਵਲਾ ਜੀ ਨੂੰ ਭੇਜ ਕੇ ਬਾਬਾ ਬਿਧੀ ਚੰਦ ਹੋਰ ਗੁਰੂ ਕੇ ਸਿੱਖ ਸਾਰਿਆਂ ਨੂੰ ਉੱਚੀ ਸਾਰੀ ਕਹਿਣ ਲੱਗੇ। ਹੋਤੋ ਲੋਹਗੜ ਕੇ ਬਿਖੈ ਪੰਚ 20 ਭਟ ਭਾਏ। ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਭਾਈ ਇਸ ਸਮੇਂ ਅਸੀਂ ਇੱਥੇ ਬੈਠੇ ਹਾਂ, ਪਰ ਲੋਹਗੜ੍ਹ ਦੇ ਵਿੱਚ 25 ਸਿੱਖ ਨੇ, ਉਹ ਮੁਕਾਬਲਾ ਕਰ ਰਹੇ ਨੇ। ਹਾਂਜੀ। ਚੌਪਈ ਅਰੇ ਲਰੇ ਭਟ ਛੁਟੀ ਤੁਫੰਗੈ। ਤੋਪ ਸ਼ਬਦ ਕੇ ਹੇਤ ਉਤੰਗੈ। ਮਹਾਰਾਜ ਕਹਿੰਦੇ ਵੇਖੋ ਕਿੰਨੀਆਂ ਉੱਚੀ ਉੱਚੀ ਗੋਲੀਆਂ ਚੱਲਣ ਦੀ ਆਵਾਜ਼ ਆ ਰਹੀ। ਸਾਧ ਸੰਗਤ ਜੀ, ਜਦੋਂ ਸ੍ਰੀ ਹਰਿਮੰਦਰ ਸਾਹਿਬ ਹਮਲਾ ਹੋਇਆ ਨਾ, ਤੇ ਮੈਨੂੰ ਕੁਝ ਬਜ਼ੁਰਗ ਦੱਸਦੇ, ਜਦੋਂ ਤੋਪਾਂ ਚੱਲਦੀਆਂ ਸੀ, ਗੋਲੀਆਂ ਚੱਲਦੀਆਂ ਸੀ, ਉਹ ਕਹਿੰਦੇ ਇੱਥੋਂ ਤੱਕ ਆਵਾਜ਼ਾਂ ਆਉਂਦੀਆਂ ਸੀ।
ਕੋਈ ਗੱਡੀ ਗੁੱਡੀ ਨਹੀਂ ਚੱਲਣ ਦਿੰਦੇ ਜੀ, ਇੱਥੋਂ ਤੱਕ ਆਵਾਜ਼ਾਂ ਆਉਂਦੀਆਂ ਸੀ। ਤੇ ਉਦੋਂ ਤਾਂ ਹੈ ਹੀ ਬਿਲਕੁਲ ਸ਼ਾਂਤੀ ਸੀ। ਲੋਹਗੜ੍ਹ ਸਾਹਿਬ ਗੋਲੀਆਂ ਚੱਲ ਰਹੀਆਂ ਨੇ, ਆਵਾਜ਼ ਗੁਰੂ ਜੀ ਨੂੰ ਗੁਰੂ ਕੇ ਮਹਿਲ ਆ ਰਹੀ ਹੈ ਜੀ। ਮਹਾਰਾਜ ਕਹਿੰਦੇ ਵੇਖੋ ਕਿੰਨੀਆਂ ਆਵਾਜ਼ਾਂ ਆਉਂਦੀਆਂ। ਹਾਂਜੀ, ਤਿਨਹੋਂ ਰੱਖੀ ਅਟਕਾਏ ਲੜਾਈ। ਮਹਾਰਾਜ ਕਹਿੰਦੇ ਉਹਨਾਂ ਅਟਕਾ ਕੇ ਰੱਖੀ ਸਾਰੀ ਫੌਜ। ਕਿਉਂ? ਤੋਪ ਚਲਾ ਦਿੰਦੇ ਸੀ ਨਾ, ਬੰਦੇ ਜ਼ਖਮੀ ਹੋ ਜਾਂਦੇ ਸੀ, ਪਿੱਛੇ ਹੋ ਜਾਂਦੇ ਸੀ। ਉਠਤ ਕੁਲਾਹਲ ਦੇਤ ਸੁਨਾਈ। ਪਰ ਆਵਾਜ਼ ਕਿੰਨੀ ਆ ਰਹੀ ਹੈ, ਕਦੀ ਤੋਪ ਚੱਲਣ ਦੀ, ਕਦੀ ਗੋਲੀਆਂ ਚੱਲਣ ਦੀ। ਹਾਂਜੀ, ਕਬ ਲੋ ਅਰਹਿ ਸ਼ਾਹ ਦਲ ਭਾਰਾ। ਮਹਾਰਾਜ ਕਹਿੰਦੇ ਸਿੱਖ ਕਿੰਨਾ ਕੁ ਚਿਰ ਉੱਥੇ ਅੜਨਗੇ, ਫੌਜ ਬਹੁਤ ਜ਼ਿਆਦਾ ਹੈ। ਹਾਂਜੀ, ਆਵਹਿ ਇਹਾਂ ਹੂਜੀਐ ਤਿਆਰਾ। ਤੇ ਇੱਥੇ ਆਉਣ ਮਹਾਰਾਜ ਕਹਿਣ ਲੱਗੇ ਵੀ ਹੁਣ ਤਿਆਰੀ ਕਰੋ ਸਾਰੇ, ਕਹਿੰਦੇ। ਹਾਂਜੀ, ਮਹਾ ਤਿਮਰ ਇੱਕ ਨਿਸ ਅੰਧਿਆਰੀ। ਇੱਥੇ ਆਉਣ ਦੀ ਤਿਆਰੀ ਉਹਨਾਂ ਦੀ, ਜ਼ਿਆਦਾ ਚਿਰ ਇਹ ਰੋਕ ਨਹੀਂ ਸਕਦੇ। ਤੇ ਰਾਤ ਦਾ ਸਮਾਂ, ਹਨੇਰਾ ਬਹੁਤ ਹੈ। ਹਾਂਜੀ, ਹਾਇਨ ਖੁਰਨ ਤੇ ਖੇ ਉਡਾਰੀ। ਆਖੋ ਵਾਹਿਗੁਰੂ। ਮਹਾ ਤਿਮਰ ਇੱਕ ਨਿਸ ਅੰਧਿਆਰੀ। ਉਤੋਂ ਰਾਤ ਜਿਹੜੀ ਸੀ ਨਾ, ਉਹਦੇ ਚ ਚੰਦ ਨਹੀਂ ਸੀ ਹੈਗਾ ਜੀ। ਕਾਲੀ ਬੋਲੀ ਰਾਤ ਜਿਹਨੂੰ ਕਹਿੰਦੇ ਜੀ, ਉਹ ਰਾਤ ਸੀ। ਤੇ ਮਹਾਰਾਜ ਕਹਿੰਦੇ ਉੱਤੋਂ ਘੋੜਿਆਂ ਨੇ ਉੱਡ ਉੱਡ ਕੇ, ਵਾਹਿਗੁਰੂ ਘੋੜਿਆਂ ਨੇ ਭੱਜ ਭੱਜ ਘੱਟਾ ਬੜਾ ਡਾਇਆ ਹੋਇਆ। ਹਾਂਜੀ, ਬਾਂਦੇ ਚੁੰਗ ਮਿਲੇ ਸਭ ਰਹੀਐ। ਪ੍ਰਿਥਕ ਹੋਣ ਕੋ ਕਿਮ ਨਹਿ ਚਾਹੀਐ। ਇਸ ਕਰਕੇ ਸਾਰੇ ਇਕੱਠੇ ਹੀ ਰਹੋ, ਵੱਖ ਵੱਖ ਨਾ ਹੋਵੋ। ਮਹਾਰਾਜ ਕਹਿੰਦੇ ਇਕੱਠੇ ਰਹੀਏ ਸਾਰੇ। ਹਾਂਜੀ, ਜਬ ਪ੍ਰਕਾਸ਼ ਸੂਰਜ ਕੋ ਪਾਵੋ। ਕਿਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਦਿਨ ਚੜ ਲੈਣ ਦੋ। ਹਾਂਜੀ, ਤਬ ਤੁਰਕਨ ਰਿਪ ਮਾਰ ਗਿਰਾਵੋ। ਫਿਰ ਮਾਰ ਸੁੱਟਾਂਗੇ। ਮਹਾਰਾਜ ਕਹਿਣ ਲੱਗੇ ਫਿਰ ਮਾਰਿਓ, ਪਹਿਲਾਂ ਦਿਨ ਚੜ ਲੈਣ ਦੋ। ਅਜੇ ਨਹੀਂ ਕਿਸੇ ਨੇ ਕੁਝ ਕਰਨਾ, ਅਜੇ ਉਹ 25 ਸਿੱਖ ਰੋਕਣਗੇ। ਹਾਂਜੀ, ਸੁਨਤ ਸੁਭਾਟ ਗੁਰ ਤੇ ਲਲਕਾਰੇ। ਜਦੋਂ ਮਹਾਰਾਜ ਨੇ ਗੁਰਸਿੱਖਾਂ ਨੂੰ ਇਹ ਗੱਲ ਕਹੀ ਨਾ, ਤੇ ਸਾਰੇ ਸਿੱਖ ਇਕੱਠੇ ਹੀ ਲਲਕਾਰਾ ਮਾਰ ਕੇ ਕਹਿਣ ਲੱਗੇ, ਪਾਤਸ਼ਾਹ ਬਲ ਪਾਏ ਤੁਮਾਰੇ। ਪਾਤਸ਼ਾਹ ਸਾਨੂੰ ਤੁਹਾਡਾ ਬਲ ਚਾਹੀਦਾ, ਤੁਹਾਡੀ ਸ਼ਕਤੀ ਚਾਹੀਦੀ ਹੈ, ਤੁਹਾਡੀ ਤਾਕਤ ਚਾਹੀਦੀ ਹੈ। ਹਾਂਜੀ, ਕਿਸ ਗਿਣਤੀ ਮਹਿ ਇਹ ਰਿਪ ਆਏ। ਇਹਨਾਂ ਵਿਚਾਰਿਆਂ ਦੀ ਕੀ ਗਿਣਤੀ ਹੈ। ਚੜ੍ਹਦੀ ਕਲਾ ਵਾਲੀ ਗੱਲ ਕੀਤੀ ਨਾ, ਉੱਥੇ ਕੋਈ ਢਿੱਲਾ ਜਾਂਦਾ, ਹਾਏ ਮਰ ਗਏ ਜੀ, ਹਾਏ ਇੰਝ ਹੋ ਗਿਆ ਜੀ। ਇਹੋ ਜਿਹੇ ਬੰਦੇ ਨਹੀਂ ਕਾਮਯਾਬ ਹੈਗੇ ਜੀ। ਚੜ੍ਹਦੀ ਕਲਾ ਵਾਲੀ ਗੱਲ ਕਰ, ਮਹਾਰਾਜ ਤੁਹਾਡੀ ਮਿਹਰ ਚਾਹੀਦੀ ਹੈ, ਇਹਨਾਂ ਦੀ ਕਾਹਦੀ ਗੱਲ ਹੈਗੀ ਹੈ। ਹਾਂਜੀ, ਹਮ ਮਾਰ ਹੈ ਲਵਪੁਰ ਕੋ ਜਾਏ। ਮਹਾਰਾਜ ਇਹ ਤਾਂ ਇੱਥੇ ਆਏ ਆ, ਜੇ ਤੁਸੀਂ ਹੁਕਮ ਕਰੋ ਤੇ ਲਾਹੌਰ ਜਾ ਕੇ ਵੀ ਮਾਰ ਕੇ ਆ ਸਕਦੇ ਆ। ਇਹ ਤਾਂ ਫਿਰ ਇੱਥੇ ਹੀ ਆ ਗਏ ਆ। ਹਾਂਜੀ, ਦੁਰਗ ਪ੍ਰਵੇਸ਼ਨ ਤੇ ਬਚ ਰਹੈ। ਨਾਹੇ ਤਾਂ ਸ਼ਾਹਜਹਾਨ ਕੋ ਗਹੈ। ਸੱਚੇ ਪਾਤਸ਼ਾਹ ਸ਼ਾਹਜਹਾਂ ਮਹਾਰਾਜ ਕਿਲਿਆਂ ਕਰਕੇ ਬਚਿਆ ਜੇ, ਨਹੀਂ ਤਾਂ ਉਹਨੂੰ ਫੜ ਕੇ ਤੁਹਾਡੇ ਕੋਲ ਲੈ ਆਏਗੇ। ਬਾਬਾ ਬਿਧੀ ਚੰਦ ਹੁਣੀ ਕਹਿੰਦੇ ਜੀ। ਹਾਂਜੀ, ਜਬ ਚਮਕੇਂਗੇ ਖੜਗ ਕਰਾਲੇ। ਮਹਾਰਾਜ ਇਹ ਤਾਂ ਰਾਤ ਜੋ ਕਰਦੇ ਕਰੀ ਜਾਣ, ਜਦੋਂ ਸਵੇਰੇ ਤਲਵਾਰਾਂ ਚਮਕਣਗੀਆਂ। ਹਾਂਜੀ, ਤਬ ਦੇਖੋ ਹੋਏ ਜੰਗ ਬਿਸਾਲੇ। ਫਿਰ ਵੇਖਿਓ ਜੰਗ ਹੁੰਦਾ ਮਹਾਰਾਜ। ਹਾਂਜੀ, ਪੁੰਨ ਸਤਿਗੁਰ ਸਿੱਖ ਅਪਰ ਪਠਾਵਾ। ਮੰਦਰ ਗਮਨੋ ਬਿਲਮ ਨ ਲਾਵਾ। ਸਤਿਗੁਰੂ ਜੀ ਨੇ ਇੱਕ ਸਿੱਖ ਗੁਰੂ ਕੇ ਮਹਿਲ ਭੇਜਿਆ ਵੀ ਜਾਓ ਸੁਨੇਹਾ ਦਿਓ ਉਹਨਾਂ ਨੂੰ, ਹੁਣ ਦੇਰ ਨਹੀਂ ਕਰਨੀ। ਹਾਂਜੀ, ਵਸਤ ਲੋਭ ਕੋ ਕਰਿਐ ਨ ਨਾਹੀ। ਪਰੀ ਰਹਿਣ ਦਿਓ ਸਭ ਘਰ ਮਾਹੀ। ਵਸਤ ਲੋਭ ਕੋ ਕਰੀਐ ਨਾਹੀ। ਮਹਾਰਾਜ ਉਸ ਸਿੱਖ ਨੂੰ ਕਹਿੰਦੇ, ਸਿੱਖਾ ਘਰ ਜਾ ਕੇ ਸਾਡੇ ਪਰਿਵਾਰ ਨੂੰ ਕਹਿ ਦੇ ਕਿਸੇ ਚੀਜ਼ ਦਾ ਲੋਭ ਨਹੀਂ ਕਰਨਾ। ਇੱਥੋਂ ਚੱਲੋ ਸਾਰੇ ਛੱਡ ਕੇ, ਜਿਹੜੀ ਚੀਜ਼ ਜਿੱਥੇ ਪਈ ਆ ਉੱਥੇ ਹੀ ਪਈ ਰਹਿਣ ਦਿਓ। ਉਹ ਗੱਲ ਆ ਗਈ ਨਾ, ਇਹ ਮਠਿਆਈ ਸਿੱਖਾਂ ਨੇ ਨਹੀਂ ਛਕੀ ਤਾਂ ਕੌਣ ਛਕਣਗੇ? ਤੁਰਕ। ਤਾਂ ਕਿਵੇਂ ਛਕਣਗੇ? ਧੱਕੇ ਨਾਲ। ਹਾਂਜੀ, ਉਹ ਕੁਝ ਹੀ ਹੋਣ ਲੱਗਾ ਜੀ। ਹੁਣ ਮਹਾਰਾਜ ਕਹਿੰਦੇ ਪਿਆ ਰਹਿਣ ਦਿਓ ਇੱਥੇ, ਕੋਈ ਚੀਜ਼ ਨਹੀਂ ਉੱਥੇ ਖੜਨੀ। ਹਾਂਜੀ, ਕਰੋ ਸ਼ੀਘਰਤਾ ਵਹਿਰ ਲੈ ਜਾਵੋ। ਛੇਤੀ ਕਰੋ ਤੇ ਪਰਿਵਾਰ ਨੂੰ ਕਹੋ ਵੀ ਇੱਥੋਂ ਬਾਹਰ ਨਿਕਲੇ। ਹਾਂਜੀ, ਪੰਥ ਰਾਮਸਰ ਕੀਰ ਸਿਧਾਵੋ। ਹੁਣ ਨਿਕਲਣਾ ਕਿਹੜੇ ਪਾਸੇ ਆ? ਧਿਆਨ ਨਾਲ ਸੁਣਿਓ। ਲੋਹਗੜ੍ਹ ਸਾਹਿਬ ਦੂਸਰੇ ਪਾਸੇ ਆ, ਤੇ ਰਾਮਸਰ ਸਾਹਿਬ ਬਾਬਾ ਟਲ ਰਾਏ ਸਾਹਿਬ ਤੋਂ ਸਿੱਧਾ ਅੱਗੇ ਜਾ ਕੇ ਆ ਜੀ। ਤੇ ਮਹਾਰਾਜ ਕਹਿੰਦੇ ਵੀ ਉਹਨਾਂ ਨੂੰ ਕਹੋ ਵੀ ਰਾਮਸਰ ਵਾਲੇ ਪਾਸੇ ਚਲੇ ਜਾਓ। ਹਾਂਜੀ,
ਆਗਹਿ ਪਾਛੈ ਸੁਭਟ ਰਹੀਜਹਿ। ਤੁਹਾਡੇ ਅੱਗੇ ਪਿੱਛੇ ਯੋਧੇ ਰਹਿਣਗੇ, ਸੂਰਮੇ ਰਹਿਣਗੇ, ਵਿੱਚ ਕੁਟੰਬ ਸਗਰੋ ਲੈ ਲੀਜਹਿ। ਤੇ ਯੋਧਿਆਂ ਨੂੰ ਆਖੋ ਵੀ ਵਿਚਕਾਰ ਪਰਿਵਾਰ ਨੂੰ ਰੱਖਣਾ ਹੈ। ਹਾਂਜੀ, ਪ੍ਰਥਮ ਨਾ ਤੁਪਕ ਚਲਾਵੋ ਕੋਈ। ਕਿਸੇ ਨੇ ਪਹਿਲਾਂ ਗੋਲੀ ਨਹੀਂ ਚਲਾਉਣੀ, ਕਿਉਂ ਫੌਜ ਦੇ ਬੰਦੇ ਇੱਧਰ ਉੱਧਰ ਫੈਲ ਗਏ ਹੋਣਗੇ, ਤੇ ਜਿੱਧਰੋਂ ਗੋਲੀ ਚੱਲੀ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਇੱਧਰ ਬੰਦੇ ਮਾਰ ਗਏ। ਹਾਂਜੀ, ਗਮਨੋ ਸ਼ਬਦ ਛਥਾ ਨਹਿ ਕੋਈ। ਗਮਨੋ ਸ਼ਬਦ ਜਥਾ ਨਹਿ ਹੋਈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਜਾਓ ਵੀ ਬਿਲਕੁਲ ਆਵਾਜ਼ ਨਾ ਆਵੇ, ਕਿਸੇ ਨੂੰ ਪਤਾ ਹੀ ਨਾ ਲੱਗੇ, ਤੇ ਇੱਕ ਪਾਸੇ ਹੋ ਕੇ ਵਿਆਹ ਕਰ ਦਈਏ ਬੱਚੀ ਦਾ। ਹਾਂਜੀ, ਗਇਓ ਸਿੱਖ ਉਤਲਾਵਤ ਮੰਦਰ। ਉਹ ਸਿੱਖ ਫਿਰ ਸਾਧ ਸੰਗਤ ਜੀ ਘਰ ਗਿਆ ਜੀ ਗੁਰੂ ਕੇ ਮਹਿਲ। ਤਿਆਰੀ ਕਰਤ ਸਕਲ ਹੀ ਅੰਦਰ। ਅੰਦਰ ਸਾਰੇ ਹੀ ਤਿਆਰੀਆਂ ਕਰਨ ਦਏ ਸੀ। ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਸਾਹਿਬ ਛੋਟੇ ਸੀਗੇ ਉਮਰ ਚ ਉਦੋਂ, ਤੇ ਮਾਤਾ ਮਰਵਾਹੀ ਜੀ, ਸਾਰੇ ਤਿਆਰੀਆਂ ਕਰ ਰਹੇ ਸੀ। ਹਾਂਜੀ, ਇੱਕ ਸਿੱਖ ਕੌਲਾਂ ਕੇਰ ਅਗੇਰਾ। ਹਾਂਜੀ। ਭੇਜਿਓ ਸਤਿਗੁਰ ਲਿਆਵਨ ਵਾਰਾ। ਇੱਕ ਸਿੱਖ ਕੌਲਾਂ ਜੀ ਨੂੰ ਲੈਣ ਵੀ ਭੇਜਿਆ ਮਹਾਰਾਜ ਨੇ ਜੀ। ਹਾਂਜੀ, ਜਾਏ ਗੁਰੂ ਕੇ ਬਾਕ ਸੁਨਾਏ। ਹਾਂਜੀ। ਲੋਭ ਨਾ ਕਰੋ ਵਸਤ ਸਮੁਦਾਏ। ਸੋ ਸਿੱਖਾਂ ਨੇ ਜਾ ਕੇ ਸਾਰਿਆਂ ਨੂੰ ਕਿਹਾ, ਕੌਲਾਂ ਜੀ ਨੂੰ ਵੀ ਕਿਹਾ, ਗੁਰੂ ਜੀ ਦੇ ਪਰਿਵਾਰ ਨੂੰ ਵੀ ਕਿਹਾ, ਕਿਸੇ ਚੀਜ਼ ਦਾ ਲੋਭ ਨਹੀਂ ਕਰਨਾ, ਜਿਹੜੀ ਚੀਜ਼ ਜਿੱਥੇ ਪਈ ਪਈ ਰਹਿਣ ਦਿਓ। ਹੁਣ ਗੁਰੂ ਜੀ ਦਾ ਹੁਕਮ ਹੈ, ਛੇਤੀ ਸਾਰੇ ਨਿਕਲੋ ਰਾਮਸਰ ਸਾਹਿਬ ਵਾਲੇ ਪਾਸੇ ਨੂੰ। ਹਾਂਜੀ, ਸਭ ਤਜ ਨਿਕਸੋ ਬਿਲਮ ਨਾ ਕੀਜੈ। ਟਾਈਮ ਨਹੀਂ ਲਾਉਣਾ, ਦੇਰ ਨਹੀਂ ਲਾਉਣੀ, ਛੇਤੀ ਕਰੋ, ਛੇਤੀ ਕਰੋ। ਸੈਨ ਸਮੀਪ ਆਈ ਲਖ ਲੀਜੈ। ਫੌਜਾਂ ਆ ਗਈਆਂ ਨੇ, ਨੇੜੇ ਹੀ ਹੈ ਫੌਜਾਂ। ਹਾਂਜੀ, ਸਿਆੰਦਨ ਅਰ ਡੋਰੇ ਗਨ ਆਏ। ਬੜੇ ਸਾਧ ਸੰਗਤ ਜੀ ਰੱਥ ਆ ਗਏ, ਡੋਲੇ ਆ ਗਏ। ਹਾਂਜੀ, ਕਹਿ ਬਹੁਬਾਰੀ ਤੁਰਤ ਚੜਾਏ। ਤੇ ਸਾਰੀਆਂ ਬੀਬੀਆਂ ਨੂੰ ਹੌਲੀ ਹੌਲੀ ਉਹਨਾਂ ਰੱਥਾਂ ਤੇ ਉੱਤੇ ਚੜਾ ਦਿੱਤਾ ਵੀ ਇਹ ਤੇ ਚੱਲਣ। ਅੱਛਾ, ਇਹ ਕੰਮ ਨੇਰੇ ਨੇਰੇ ਹੀ ਹੋਇਆ ਸਾਰਾ ਜੀ। ਹਾਂਜੀ, ਅਤ ਦਮੋਦਰੀ ਦੁਖੀ ਵਿਚਾਰੀ। ਹਾਂਜੀ। ਪੁੱਤਰੀ ਵਿਆਹ ਬਿਗਨ ਭਾ ਭਾਰੀ। ਆਖੋ ਵਾਹਿਗੁਰੂ। ਤੇ ਮਾਤਾ ਦਮੋਦਰੀ ਜੀ ਬੜੇ ਦੁਖੀ ਨੇ, ਕਿਉਂ? ਧੀ ਦਾ ਵਿਆਹ ਸੀ ਅੱਜ, ਇਹ ਕੀ ਹੋ ਗਿਆ? ਘਰ ਹੀ ਛੱਡ ਕੇ ਜਾਣਾ ਪੈ ਰਿਹਾ, ਇਹ ਕੀ ਹੋ ਗਿਆ? ਹਾਂਜੀ, ਕੌਣ ਕੌਣ ਵਥ ਚਿਤਵਤ ਖਰੀ। ਮਾਤਾ ਜੀ ਸੋਚਦੇ ਖਲੋਤੇ ਵੀ ਕਿਹੜੀ ਚੀਜ਼ ਖੜਾ ਉੱਥੇ। ਗਹਿਣੇ, ਕੱਪੜੇ, ਬੜਾ ਕੁਝ ਬਣਾਇਆ ਸੀਗਾ, ਮਠਿਆਈਆਂ ਬੜੀਆਂ ਬਣੀਆਂ ਪਈਆਂ। ਹਾਂਜੀ, ਤਰਾਸਤ ਸਗਰੀ ਤਿਆਗਨ ਕਰੀ। ਪਰ ਫਿਰ ਉਦੋਂ ਮਾਹੌਲ ਇਹੋ ਜਿਹਾ ਸੀਗਾ, ਮਾਤਾ ਜੀ ਨੂੰ ਨਾ ਚਾਹੁੰਦੇ ਹੋਇਆ ਵੀ ਸਾਰਾ ਕੁਝ ਛੱਡਣਾ ਪਿਆ ਜੀ। ਉੱਥੇ ਸਭ ਕੁਝ ਛੱਡਣਾ ਪਿਆ, ਚੀਜ਼ਾਂ ਰਹਿ ਗਈਆਂ ਨਾ ਉੱਥੇ। ਹਾਂਜੀ, ਸੁਪਟਨ ਸਾਹਿਬਜ਼ਾਦੇ ਲੀਨ। ਤੇ ਯੋਧਿਆਂ ਨੇ ਗੁਰੂ ਕੇ ਸਾਹਿਬਜ਼ਾਦੇ ਲੈ ਲਏ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਗੁਰੂ ਤੇਗ ਬਹਾਦਰ ਸਾਹਿਬ। ਹਾਂਜੀ, ਸੰਗ ਤੁਰੰਗ ਅਰੁਡਨ ਕੀਨ। ਤੇ ਸਾਧ ਸੰਗਤ ਜੀ ਆਪ ਘੋੜਿਆਂ ਤੇ ਚੜ ਗਏ, ਸਾਹਿਬਜ਼ਾਦਿਆਂ ਨੂੰ ਲੈ ਕੇ, ਮਾਤਾਵਾਂ ਨੂੰ ਰੱਥਾਂ 'ਚ ਡੋਲੀਆਂ ਦੇ ਵਿੱਚ ਬਿਠਾ ਦਿੱਤਾ। ਭਰਿਓ ਸਦਨ ਸਭ ਵਸਤੂ ਕੇਰਾ। ਤੇ ਗੁਰੂ ਕਾ ਮਹਿਲ ਜਿਹੜਾ ਵਸਤੂਆਂ ਨਾਲ ਭਰਿਆ ਹੀ ਪਿਆ ਸੀ, ਲੀੜੇ, ਗਹਿਣੇ, ਮਾਇਆ, ਮਠਿਆਈਆਂ, ਸਬਜ਼ੀਆਂ, ਸਾਰਾ ਭਰੇ ਦਾ ਭਰਿਆ ਹੀ ਰਹਿ ਗਿਆ ਜੀ। ਹਾਂਜੀ, ਕਰ ਕੇ ਤਿਆਗ ਚੱਲੇ ਬਿਨ ਦੇਰਾ। ਸਾਰਾ ਕੁਝ ਛੱਡ ਕੇ ਛੇਤੀ ਦੇ ਨਾਲ ਜਾਣਾ ਪਿਆ। ਸਾਧ ਸੰਗਤ ਜੀ, ਇਹ ਮਹਾਰਾਜ ਦਾ ਬਚਨ ਸੀਗਾ ਵੀ ਮਠਿਆਈ ਸਿੱਖਾਂ ਨੂੰ ਨਹੀਂ ਦਿੱਤੀ, ਤੁਰ ਕੀ ਸਕਣਗੇ। ਉਹ ਇਸ ਤਰ੍ਹਾਂ ਬਚਨ ਪੂਰਾ ਹੋਇਆ ਜੀ। ਹਾਂਜੀ, ਜਬ ਦਮੋਦਰੀ ਸਿਆੰਦਨ ਚਰੀ। ਜਦੋਂ ਮਾਤਾ ਦਮੋਦਰੀ ਜੀ ਰੱਥ ਤੇ ਚੜ ਗਏ, ਮਰਵਾਹੀ ਸਯੰਦਨ ਬਿਬਥਿਰੀ। ਤੇ ਮਾਤਾ ਦਮੋਦਰੀ ਜੀ ਰੱਥ ਤੇ ਚੜ ਗਏ ਆ, ਮਾਤਾ ਮਰਵਾਈ ਜੀ ਵੀ ਉਹਨਾਂ ਦੇ ਨਾਲ ਹੀ ਬਹਿ ਗਏ ਜੀ, ਰੱਥ, ਇੱਕੋ ਰੱਥ 'ਚ। ਹਾਂਜੀ, ਨਾਨਕੀ ਤੇਗ ਬਹਾਦਰ ਲੀਨੇ। ਹਾਂਜੀ। ਚੜ ਡੋਰੇ ਪਰ ਚਲਬੋ ਕੀਨੇ। ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲੈ ਕੇ ਇੱਕ ਡੋਲੇ ਵਿੱਚ ਬਹਿ ਗਏ ਜੀ, ਛੇਤੀ ਦੇ ਨਾਲ ਨਿਕਲਦੇ ਜੀ ਉੱਥੋਂ ਸਾਰੇ। ਦਾਸੀ ਦਾਸਨ ਕੇ ਸਮੁਦਾਈ। ਬਹੁਤ ਸਾਰੀਆਂ ਦਾਸੀਆਂ, ਦਾਸ ਸਭ ਨਾਲ ਤੁਰ ਪਏ ਜੀ। ਚੱਲੇ ਸੰਗ ਨਹਿ ਬਿਲਮ ਲਗਾਈ। ਤੇ ਸਾਰੇ ਹੀ ਸਾਧ ਸੰਗਤ ਜੀ ਨਾਲ ਤੁਰ ਪਏ, ਬਿਨਾਂ ਦੇਰੀ ਤੋਂ, ਛੇਤੀ ਛੇਤੀ ਕਰਦੇ ਸਾਰੇ। ਕਾਲੀ ਸੀ, ਕਿਸੇ ਵੇਲੇ ਵੀ ਹਮਲਾ ਹੋ ਸਕਦਾ ਸੀਗਾ, ਫੌਜਾਂ ਤੇ ਆ ਗਈਆਂ ਸੀਗੀਆਂ। ਹਾਂਜੀ, ਰਾਤ ਅੰਧੇਰੀ ਪੰਥ ਨਾ ਸੂਝਤ। ਹੁਣ ਹਨੇਰੀ ਰਾਤ ਸੀ, ਅੰਨੀ ਬੋਲੀ ਕਾਲੀ ਰਾਤ, ਚਾਨਣ ਨਹੀਂ ਸੀ ਹੈਗਾ। ਕਹਿੰਦੇ ਪਤਾ ਹੀ ਨਹੀਂ ਲੱਗਦਾ ਸੀ ਵੀ ਕਿੱਧਰ ਜਾਣਾ ਹੈ।
ਉਤੋਂ ਕਾਲੀ ਸੀਗੀ ਜੀ ਸਾਰਿਆਂ ਨੂੰ। ਗਮਨਤ ਰਾਮ ਤਾਲ ਮਗ ਬੂਝਤ। ਹੌਲੀ ਹੌਲੀ ਪੁੱਛ ਪਛਾ ਕੇ ਨਾ ਜੀ ਰਾਮਸਰ ਸਾਹਿਬ ਵਾਲੇ ਪਾਸੇ ਜਾਂਦੇ, ਜਿੱਥੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਹੈ। ਆਪਸ ਮਹਿ ਇਤ ਉਤ ਹੋਏ ਚਾਲੇ। ਆਪਸ ਵਿੱਚ ਸਾਧ ਸੰਗਤ ਜੀ ਹੌਲੀ ਹੌਲੀ ਗੱਲਾਂ ਕਰਦੇ ਤੁਰੇ ਜਾਂਦੇ ਸਾਰੇ। ਸੰਗਨੇ ਬ੍ਰਿਸ਼ ਖਰੇ ਬਹੁ ਡਾਲੇ। ਬੜੇ ਬੜੇ ਸੰਘਣੇ ਰੁੱਖ ਆਏ ਅੱਗੇ, ਟਾਹਣੀਆਂ ਆਈਆਂ, ਕਿਉਂ ਉਦੋਂ ਤੇ ਜੰਗਲ ਹੀ ਸੀਗਾ ਜੀ ਇਹ ਸਾਰਾ। ਚਲਬੇ ਕੋ ਮਗ ਬਡੋ ਨ ਜਹਾਂ। ਹਾਂਜੀ। ਨੀਠ ਨੀਠ ਗਮਨਤ ਭੇ ਤਹਾਂ। ਹੁਣ ਚੱਲੀ ਜਾ ਰਹੇ ਆ ਤੇ ਸਾਧ ਸੰਗਤ ਜੀ ਤੁਰੀ ਜਾ ਰਹੇ। ਅੱਛਾ, ਇੱਕ ਗੱਲ ਨੋਟ ਕੀਤੀ ਤੁਸੀਂ? ਆਖੋ ਵਾਹਿਗੁਰੂ। ਵਾਹਿਗੁਰੂ। ਕੀ ਭਲਾ ਦੱਸੋ ਹੈ? ਹਾਂ, ਆਖੋ ਵਾਹਿਗੁਰੂ। ਉਹ ਜਿਹਦਾ ਵਿਆਹ ਉਹ ਤੇ ਨਾਲ ਹੀ ਨਹੀਂ ਖੜੀ ਦੀ ਅਜੇ ਬੀਬੀ ਵੀਰੋ, ਉਹ ਤਾਂ ਘਰੇ ਹੀ ਰਹਿ ਗਏ। ਸਾਰਾ ਪਰਿਵਾਰ ਨਿਕਲ ਆਇਆ, ਪਰ ਬੀਬੀ ਵੀਰੋ ਜੀ ਆਰਾਮ ਕਰਨ ਦਾ ਸੀ ਇੱਕ ਕਮਰੇ 'ਚ, ਉਹ ਉੱਥੇ ਹੀ ਰਹਿ ਗਏ ਜੀ। ਕਿਹੋ ਜਿਹਾ ਸਮਾਂ ਬਣ ਆਇਆ ਜੀ। ਸਾਰੇ ਰਾਮਸਰ ਨੂੰ ਤੁਰੇ ਜਾ ਰਹੇ ਹਨ। ਜਾਏ ਰਾਮਸਰ ਪਰ ਥਿਰ ਹੋਏ। ਪੁੱਛਦਿਆਂ ਪੁਛਾਉਂਦਿਆਂ ਸਾਧ ਸੰਗਤ ਜੀ ਰਾਮਸਰ ਜਾ ਕੇ ਇਕੱਠੇ ਹੋ ਗਏ ਸਾਰੇ। ਸੁਭਟ ਸੁਚੇਤ ਵੀਰ ਰਸ ਭੋਏ। ਜਿਹੜੇ ਪਰਿਵਾਰ ਦੇ ਨਾਲ ਯੋਧੇ ਸੀ ਨਾ, ਸਿੱਖ ਸੀਗੇ, ਉਹ ਬੜੇ ਸਤਰਕ ਨੇ, ਸਾਵਧਾਨ ਨੇ, ਕਿਸੇ ਬੰਨੋਂ ਗੋਲੀ ਨਾ ਚੱਲ ਜੇ, ਕਿਸੇ ਬੰਨੋਂ ਹਮਲਾ ਨਾ ਹੋ ਜੇ। ਹਾਂਜੀ। ਉਤ ਕੌਲਾਂ ਆ ਮਿਲਬੋ ਕੀਨ। ਕੌਲਾਂ ਜੀ ਵੀ ਆ ਕੇ ਮਿਲ ਪਏ ਜੀ ਉੱਥੇ। ਗੁਰ ਪਰਿਵਾਰ ਹੈ ਸੰਗ ਪਰਬੀਨ। ਉਹ ਵੀ ਗੁਰੂ ਜੀ ਦੇ ਪਰਿਵਾਰ ਦੇ ਨਾਲ ਹੀ ਰਲ ਗਏ ਜੀ। ਸ੍ਰੀ ਹਰਗੋਬਿੰਦ ਢਿਗ ਸੁਧ ਆਈ। ਤੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗਾ, ਕਰੀ ਸ਼ੀਘਰ ਹੀ ਆਪਨ ਚੜਾਈ। ਤੇ ਪਰਿਵਾਰ ਜਿਹੜਾ ਉਹ ਰਾਮਸਰ ਪਹੁੰਚ ਗਿਆ। ਫਿਰ ਸਤਿਗੁਰੂ ਜੀ ਨੇ ਤਿਆਰੀ ਕੀਤੀ ਜੀ। ਹਾਂਜੀ। ਪ੍ਰਥਮ ਅਕਾਲ ਤਖਤ ਕੇ ਥਾਈ। ਹਾਏ ਅਰੂਢੈ ਗਰੀਬ ਨਿਵਾਈ। ਆਖੋ ਵਾਹਿਗੁਰੂ। ਉਦੋਂ ਪਰਿਕਰਮਾ ਕਿਹੜੀ ਪੱਥਰ ਦੀ ਸੀ? ਕੱਚੀ ਪਰਿਕਰਮਾ ਸੀ, ਰਾਤ ਦਾ ਹਨੇਰਾ ਸੀ, ਤੇ ਪਰਿਕਰਮਾ ਦੇ ਵਿੱਚ ਉੱਥੇ ਉਂਝ ਹੀ ਘੋੜੇ ਚੱਲਦੇ ਹੁੰਦੇ ਸੀਗੇ ਜੀ। ਹਾਂਜੀ, ਬੜਾ ਲੰਮਾ ਸਮਾਂ ਇਹ ਕੰਮ ਚੱਲਦਾ ਰਿਹਾ ਜੀ। ਤੇ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਪਰਿਕਰਮਾ 'ਚ ਆਏ ਜੀ, ਸਰੋਵਰ ਦੇ ਕੰਢੇ। ਅਕਾਲ ਤਖਤ ਸਾਹਿਬ ਆਏ, ਘੋੜੇ ਤੇ ਬੈਠਿਆਂ ਹੀ ਸਿਰ ਨੀਵਾਂ ਕੀਤਾ ਮਹਾਰਾਜ ਨੇ, ਮੱਥਾ ਟੇਕਿਆ ਅਕਾਲ ਤਖਤ ਨੂੰ। ਹਾਂਜੀ। ਪੌਰ ਦਰਸ਼ਨੀ ਬੰਧਨ ਕੀਨ। ਪੌਰ ਦਰਸ਼ਨੀ ਬੰਧਨ ਕੀਨ, ਤੇ ਦਰਸ਼ਨੀ ਦਰਵਾਜ਼ੇ ਨੂੰ ਮੱਥਾ ਟੇਕਿਆ ਮਹਾਰਾਜ ਨੇ, ਦਰਸ਼ਨੀ ਦਿਉੜੀ ਦਰਬਾਰ ਸਾਹਿਬ ਦੀ, ਘੋੜੇ ਤੇ ਬੈਠੇ ਹੀ ਜੀ। ਹਾਂਜੀ। ਚਲੇ ਪ੍ਰਦਰਸ਼ਨਾ ਦਿਸ਼ਾ ਪਰਬੀਨ। ਤੇ ਘੋੜੇ ਤੇ ਬੈਠੇ ਹੀ ਮਹਾਰਾਜ ਸਰੋਵਰ ਦੀ ਪਰਿਕਰਮਾ ਕਰ ਰਹੇ ਜੀ। ਫਿਰ ਆਏ ਦੁਖ ਭੰਜਨ ਬੇਰ। ਫਿਰ ਮਹਾਰਾਜ ਕਿੱਥੇ? ਚਲੇ ਪ੍ਰਦਰਸ਼ਨਾ ਦਿਸ਼ਾ ਪ੍ਰਬੀਨ, ਫਿਰ ਆਏ ਦੁਖ ਭੰਜਨ ਬੇਰ। ਮਹਾਰਾਜ ਫਿਰ ਦੁਖ ਭੰਜਨੀ ਬੇਰੀ ਵਾਲੇ ਪਾਸੇ ਆਏ ਜੀ। ਡੇਢ ਜਾਮ ਤਬ ਜਾਮਨ ਹੇਰ। ਤੇ ਮਹਾਰਾਜ ਕੀ ਵੇਖਦੇ ਆ? ਹਿਸਾਬ ਲਾ ਕੇ ਦਿਨ ਚੜ੍ਹਨ ਨੂੰ ਅਜੇ 1.5 ਪੈਰ ਰਾਤ ਰਹਿੰਦੀ ਹੈ। ਭਾਵ ਜੇ ਅੱਜ ਕੱਲ ਦਿਨ ਚੜ੍ਹਦਾ 6 ਵਜੇ, ਤਾਂ ਉਦੋਂ ਫਿਰ ਘੱਟੋ ਘੱਟ ਨਹੀਂ ਤੇ ਰਾਤ ਦੇ 2 ਵਜੇ ਸੀਗੇ ਸਾਧ ਸੰਗਤ। ਮਹਾਰਾਜ ਨੇ ਵੇਖਿਆ ਵੀ ਅਜੇ ਤਾਂ 1.5 ਪੈਰ ਪਿਆ। ਹਾਂਜੀ। ਗੁਰ ਕਹਿਓ ਆਧੇ ਰਹੋ ਚਰੇ। ਮਹਾਰਾਜ ਕਹਿਣ ਲੱਗੇ ਅੱਧੇ ਤੇ ਘੋੜਿਆਂ ਦੇ ਉੱਤੇ ਬੈਠੇ ਰਹੋ। ਅਰਧ ਇਸ਼ਨਾਨ ਤਾਲ ਲਿਹੋ ਕਰੇ। ਤੇ ਅੱਧੇ ਦਰਬਾਰ ਸਾਹਿਬ ਸਰੋਵਰ 'ਚ ਇਸ਼ਨਾਨ ਕਰ ਲਓ। ਆਖੋ ਵਾਹਿਗੁਰੂ। ਆ ਮੂਰਖ ਗਿਆਨੀ ਜਿਹੜੇ ਆਪਣੇ ਆਪ 'ਚ ਹੀ ਬਣੇ ਫਿਰਦੇ ਆ, ਉਹ ਕਹਿੰਦੇ ਜੀ ਇਸ਼ਨਾਨ ਦਾ ਕੀ ਮਹੱਤਵ ਹੈ? ਜੰਗ ਤੇ ਚੱਲੇ, ਟਾਈਮ ਨਹੀਂ ਹੈਗਾ, ਪਰ ਮਹਾਰਾਜ ਕਹਿੰਦੇ ਇਸ਼ਨਾਨ ਕਰੋ ਸਰੋਵਰ 'ਚੋਂ। ਹਾਂਜੀ। ਸੋ ਸਨੱਧ ਹੋਏ ਹਾਏ ਜਬ ਚਰੈ। ਪੁਨ ਸੋ ਅਰਧ ਸੁਚੇਤਾ ਕਰੈ। ਤੇ ਅੱਧੇ ਇਸ਼ਨਾਨ ਕਰੋ, ਅੱਧੇ ਘੋੜਿਆਂ ਤੇ ਬੈਠੋ। ਉਹ ਅੱਧੇ ਜਦੋਂ ਇਸ਼ਨਾਨ ਕਰ ਲੈਣਗੇ, ਸ਼ਸਤਰ ਸਜਾ ਕੇ ਘੋੜਿਆਂ ਤੇ ਚੜ੍ਹਨਗੇ, ਫਿਰ ਦੂਜੇ ਇਸ਼ਨਾਨ ਕਰਨਗੇ। ਇਹ ਕਿਉਂ? ਕਿ ਮੰਨ ਲਓ ਇਸ਼ਨਾਨ ਕਰਨ ਦੇ ਆ, ਪਿੱਛੋਂ ਫੌਜ ਆ ਗਈ, ਤੇ ਘੱਟੋ ਘੱਟ ਅੱਧੇ ਤੇ ਤਿਆਰ ਹੋਣ ਨਾ ਜੀ ਮਾਰਨ ਨੂੰ। ਹਾਂਜੀ। ਸਾਰੇ ਹੀ ਉੱਥੇ ਸਰੋਵਰ 'ਚ ਚਲੇ ਜਾਣ ਛਾਲਾਂ ਮਾਰਨ, ਤੇ ਉਧਰੋਂ ਫੌਜ ਆ ਜਾਏ, ਤੇ ਫਿਰ ਗੱਲ ਨਹੀਂ ਨਾ ਬਣਨੀ। ਤੇ ਮਹਾਰਾਜ ਕਹਿੰਦੇ ਜਦੋਂ ਜਿੰਨਾ ਇਸ਼ਨਾਨ ਕਰ ਲਿਆ, ਉਹ ਸ਼ਸਤਰ ਸਜਾ ਕੇ ਘੋੜਿਆਂ ਤੇ ਚੜ੍ਹਨਗੇ, ਬਾਕੀ ਦੂਜੇ ਫਿਰ ਇਸ਼ਨਾਨ ਕਰਨਗੇ।
ਹਾਂਜੀ, ਇਮ ਕਹੈ ਆਪ ਕੀਨ ਇਸ਼ਨਾਨਾ। ਇਹ ਕਹਿ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਵੀ ਇਸ਼ਨਾਨ ਕੀਤਾ। ਬਸਤਰ ਸ਼ਸਤਰ ਪਹਿਰੇ ਬਿਦਨਾਨਾ। ਸੱਚੇ ਪਾਤਸ਼ਾਹ ਨੇ ਸ਼ਸਤਰ ਬਸਤਰ ਸਜਾ ਲਏ, ਇਸ਼ਨਾਨ ਕਰਕੇ ਬਸਤਰ ਪਾਏ, ਉੱਤੇ ਤਲਵਾਰਾਂ ਸਜਾਈਆਂ। ਹਾਂਜੀ, ਫਿਰਤ ਪ੍ਰਦਰਸ਼ਨਾ ਚੱਲ ਕਰ ਆਏ। ਫਿਰ ਮਹਾਰਾਜ ਘੋੜੇ ਦੇ ਉੱਤੇ ਹੀ ਚੜੇ, ਪਰਿਕਰਮਾ ਕਰਦੇ ਸਰੋਵਰ ਦੀਆਂ ਜੀ। ਪੌਰ ਦਰਸ਼ਨੀ ਸੀਸ ਨਿਵਾਏ। ਤੇ ਫਿਰ ਉਤਰੇ ਤੇ ਦਰਸ਼ਨੀ ਦਰਵਾਜ਼ੇ ਅੱਗੇ ਸਿਰ ਨਵਾਇਆ, ਦਰਸ਼ਨੀ ਦਿਉੜੀ ਅੱਗੇ। ਅੰਦਰ ਸ਼੍ਰੀ ਹਰਿਮੰਦਰ ਗਏ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਫਿਰ ਹਰਿਮੰਦਰ ਸਾਹਿਬ ਦੇ ਅੰਦਰ ਗਏ ਜੀ। ਹਾਂਜੀ, ਦ્વੈ ਕਰ ਬੰਦ ਬੰਦਨਾ ਕੀਏ। ਦੋਵੇਂ ਹੱਥ ਜੋੜੋ ਸਾਰੇ ਹੀ, ਆਖੋ ਵਾਹਿਗੁਰੂ। ਵਾਹਿਗੁਰੂ। ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਹਰਗੋਬਿੰਦ ਸਾਹਿਬ ਨੇ ਦੋਵੇਂ ਹੱਥ ਜੋੜ ਲਏ ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਜੀ। ਹਾਂਜੀ, ਖਰੇ ਹੋਏ ਗੁਰ ਸਭਨ ਅਗਾਰੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸੱਚੇ ਪਾਤਸ਼ਾਹ ਖਲੋਤੇ, ਹੋਰ ਸਿੱਖ ਆ ਕੇ ਵੀ ਖਲੋ ਗਏ ਬਿਨਤੀ ਲੇਕਰ ਨਾਮ ਉਚਾਰੀ। ਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਨਾਮ ਲੈ ਕੇ ਅਰਦਾਸ ਕੀਤੀ ਮਹਾਰਾਜ ਨੇ ਜੀ। ਅਰਦਾਸ ਕੀਤੀ, ਵੇਖ ਲਓ, ਜੰਗ ਤੇ ਵੀ ਜਾਣਾ ਤੇ ਅਰਦਾਸ ਕਰਕੇ ਜਾਣਾ। ਫਿਰ ਬੋਲੋ, ਜੰਗ ਤੇ ਵੀ ਜਾਣਾ ਤੇ ਅਰਦਾਸ ਕਰਕੇ ਜਾਣਾ। ਮਹਾਰਾਜ ਜੰਗਾਂ ਤੋਂ ਬਚਾਉਣ ਹੁਣ ਸਾਨੂੰ ਜੀ। ਇਹ ਤਾਂ ਜੋ ਹੋ ਗਿਆ ਹੋ ਗਿਆ, ਸੁਖ ਸ਼ਾਂਤੀ ਵਰਤਾਉਣ ਮਹਾਰਾਜ, ਪਰ ਕਿਤੇ ਵੀ ਜਾਣਾ ਤੇ ਅਰਦਾਸ ਕਰਕੇ ਜਾ। ਮਹਾਰਾਜ ਅਰਦਾਸ ਕਰਦੇ ਆ। ਛਪੈ ਸ਼੍ਰੀ ਗੁਰੂ ਨਾਨਕ ਜੋਤ ਹੋਤ ਨਿਕ ਸਿੱਖ ਸਹਾਇਕ। ਅਰਦਾਸ ਕਰਦੇ, ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਸਦਾ ਹੀ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਹੋ। ਬਿਗਨ ਮਿਟਾਏ ਅਨੇਕ ਏਕ ਚਿਤ ਸਿਮਰ ਸੁਭਾਇਕ। ਬਿਗਨ ਮਿਟਾਏ ਅਨੇਕ ਏਕ ਚਿਤ ਸਿਮਰ ਸੁਭਾਇਕ। ਸੱਚੇ ਪਾਤਸ਼ਾਹ ਜਿਹੜਾ ਇੱਕ ਚਿੱਤ ਹੋ ਕੇ ਤੁਹਾਨੂੰ ਯਾਦ ਕਰਦਾ, ਉਹਦੀਆਂ ਮੁਸ਼ਕਲਾਂ ਤੁਸੀਂ ਦੂਰ ਕਰਦੇ ਹੋ। ਹਾਂਜੀ, ਦੁਰਜਨ ਕੋ ਸਮੁਦਾਏ ਆਏ ਤਿਨ ਤਤ ਛਿਨ ਘਾਇਕ। ਹਾਂਜੀ, ਦੁਸ਼ਟ ਅਰਿਸ਼ਟ ਨਿਵਾਰ ਧਾਰ ਕਦ ਸਦਾ ਬਚਾਏ। ਜਿਹੜਾ ਤੁਹਾਨੂੰ ਯਾਦ ਕਰਦਾ ਉਹਦੇ ਤੇ ਦੁਸ਼ਟ ਚੜ ਕੇ ਆਉਣ, ਤੁਸੀਂ ਉਹਦੀ ਸਹਾਇਤਾ ਕਰ ਦਿੰਦੇ ਹੋ, ਉਹਨਾਂ ਨੂੰ ਮਾਰਦੇ ਹੋ। ਦੁਸ਼ਟ ਅਰਿਸ਼ਟ ਨਿਵਾਰ ਧਾਰ ਕਰ ਸਦਾ ਬਚਾਇਕ। ਦੁਸ਼ਟਾਂ ਤੋਂ ਪਾਪੀਆਂ ਤੋਂ ਹੱਥ ਦੇ ਕੇ ਬਚਾਉਂਦੇ ਜੇ ਤੁਸੀਂ। ਹਾਂਜੀ, ਜਗ ਨਾਇਕ ਨਾਇਕ ਪ੍ਰਭੂ। ਹੇ ਸੱਚੇ ਪਾਤਸ਼ਾਹ, ਤੁਸੀਂ ਜਗਤ ਦੇ ਮਾਲਕ ਤੇ ਸਾਡੇ ਵੀ ਮਾਲਕ ਹੋ। ਹਾਂਜੀ, ਵਿਭਉ ਰੂਪ ਦਾਇਕ ਵਿਜੈ। ਮੈਨੂੰ ਵਰ ਦਿਓ ਸੱਚੇ ਪਾਤਸ਼ਾਹ, ਮੇਰੀ ਜਿੱਤ ਹੋਵੇ। ਰਗ ਨਾਇਕ ਸਾਇਕ ਬਚਨ ਰਚਨ ਹਾਂਜੀ, ਆਨੰਦ ਦਸਦ ਜੇ ਅਜੈ। ਕਹਿੰਦੇ ਰਾਮਚੰਦਰ ਦੇ ਬਾਣਾ ਵਾਂਗ ਸੱਚੇ ਪਾਤਸ਼ਾਹ ਤੁਹਾਡੇ ਬਚਨ ਵੀ ਅਮੋਘ ਨੇ। ਹੇ ਗੁਰੂ ਨਾਨਕ ਸਾਹਿਬ, ਬਚਨ ਕਰੋ ਸਾਡੀ ਜਿੱਤ ਹੋਵੇ, ਸਾਡੀ ਜੈ ਹੋਵੇ। ਕਾਰਨ ਅਰਦਾਸ ਕਰਨ ਦੇ, ਇਹ ਸਿੱਖ ਧਰਮ ਦੀ ਪਹਿਲੀ ਜੰਗ ਹੈ ਸਾਧ ਸੰਗਤ, ਪਹਿਲੀ ਜੰਗ ਹੈ। ਮਹਾਰਾਜ ਬੜੇ ਪਿਆਰ ਨਾਲ ਹਰਿਮੰਦਰ ਸਾਹਿਬ ਪਹਿਲਾਂ ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰਦੇ। ਸ਼੍ਰੀ ਗੁਰ ਨਾਨਕ ਜੋਤ ਹੋਤ ਨਿਤ ਸਿੱਖ ਸਹਾਇਕ। ਬਿਗਨ ਮਿਟਾਏ ਅਨੇਕ ਏਕ ਚਿਤ ਸਿਮਰ ਸੁਭਾਇਕ। ਦੁਰਜਨ ਕੋ ਸਮੁਦਾਏ ਆਏ ਤਿਨ ਤਤ ਛਿਨ ਕਹਾਇਕ। ਦੁਸ਼ਟ ਅਰਿਸ਼ਟ ਨਿਵਾਰ ਧਾਰ ਕਰ ਸਦਾ ਬਚਾਇਕ। ਜਗ ਨਾਇਕ ਨਾਇਕ ਪ੍ਰਭੂ ਵਿਭੋ ਰੂਪ ਦਾਇਕ ਵਿਜੈ। ਰਗ ਨਾਇਕ ਸਾਇਕ ਬਚਨ ਰਚਨ ਆਨੰਦ ਸਦ ਜੈ ਅਜੈ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਮਹਾਰਾਜ ਅਰਦਾਸ ਕਰਦੇ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ। ਹਾਂਜੀ, ਸ੍ਰੀ ਅੰਗਦ ਕੁਲ ਚੰਦ ਬੰਦ ਕਰ ਬੰਧਨ ਮੋਰੀ। ਆਖੋ ਵਾਹਿਗੁਰੂ। ਫਿਰ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦਾ ਨਾਮ ਲੈ ਕੇ ਅਰਦਾਸ ਕਰਦੇ। ਸ਼੍ਰੀ ਅੰਗਦ ਕੁਲ ਚੰਦ ਬੰਦ ਕਰ ਬੰਧਨ ਮੋਰੀ। ਹੇ ਮਹਾਰਾਜ ਕੁਲ ਚੰਦ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ, ਦੋਵੇਂ ਹੱਥ ਜੋੜ ਕੇ ਤੁਹਾਨੂੰ ਮੈਂ ਮੱਥਾ ਟੇਕਦਾ ਹਾਂ। ਤੁਸੀਂ ਵੀ ਟੇਕੋ।
ਧੰਨ ਗੁਰੂ ਅੰਗਦ ਦੇਵ ਜੀ ਧੰਨ ਮਹਾਰਾਜ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਹਾਂਜੀ। ਦੁੰਦ ਬਿਲੰਦ ਨਿਕੰਦ ਸੁਖ ਕੰਦ ਸੁਖ ਸ਼ਰਣੀ ਤੋਰੀ। ਸੱਚੇ ਪਾਤਸ਼ਾਹ ਤੁਸੀਂ ਦੁੱਖ ਦੂਰ ਕਰਨ ਵਾਲੇ ਚ ਅਸੀਂ ਆਪ ਜੀ ਦੀ ਸ਼ਰਨ ਵਿੱਚ ਹਾਂ। ਦੀਨ ਬੰਧ ਗੁਣ ਸਿੰਧ ਪੰਧ ਗਤ ਕੋ ਦਿਖਰਾਵਤ। ਮਹਾਰਾਜ ਤੁਸੀਂ ਗੁਣਾਂ ਦੇ ਸਮੁੰਦਰ ਹੋ, ਦੀਨਾਂ ਦੀ, ਮੁਸ਼ਕਲ ਚ ਪਿਆ ਹੋਇਆਂ ਦੀ, ਗਰੀਬਾਂ ਦੀ ਤੁਸੀਂ ਮਹਾਰਾਜ ਸਹਾਇਤਾ ਕਰਨ ਵਾਲੇ ਹੋ, ਤੁਸੀਂ ਗੱਤ ਦੇਣ ਵਾਲੇ ਹੋ। ਹਾਂਜੀ। ਜਸ ਵਿਸਾਲ ਘਰ ਘਾਲ ਘਾਲ ਦਾਸਨ ਮਨ ਭਾਵਤ। ਤੁਹਾਡਾ ਜਸ ਬੜਾ ਵੱਡਾ, ਦੁਸ਼ਮਣਾਂ ਨੂੰ ਮਾਰਨ ਵਾਲੇ ਚ। ਜਰ ਅਜਰ ਗੋਏ ਔਰ ਅਜਰ ਮਹਿ ਨਹਿ ਦਿਖਾਏ ਅਸ ਮਤ ਗਹੇ। ਹਾਂਜੀ। ਬਰ ਬਦਨ ਸਦਨ ਸੁਖ ਬਰ ਦੇਹੋ ਲੇਹੋਂ ਵਿਜੈ ਰਿਪ ਦਲ ਦਹੇ। ਹੇ ਗੁਰੂ ਅੰਗਦ ਦੇਵ ਸਾਹਿਬ, ਸਾਡੇ ਤੇ ਵੀ ਮਿਹਰ ਕਰੋ। ਮਹਾਰਾਜ ਮੇਰੀ ਜੈ ਹੋਵੇ, ਸਾਡੀ ਜਿੱਤ ਹੋਵੇ। ਜਿੱਤ ਦੀ ਵੀ ਅਰਦਾਸ ਕਰਨੀ। ਵੇਖੋ ਨਾ, ਇਹ ਗੱਲਾਂ ਆਮ ਨਹੀਂ ਹੈ। ਤੁਸੀਂ ਕਹੋਗੇ ਇਹਦੀ ਲੋੜ ਕੀ ਸੁਣਾਉਣ ਦੀ। ਗੁਰੂ ਹਰਗੋਬਿੰਦ ਸਾਹਿਬ ਜੋਤ ਦੇ ਮਾਲਕ ਨੇ। ਗੁਰੂ ਹਰਗੋਬਿੰਦ ਸਾਹਿਬ ਖੁਦ ਗੁਰੂ ਨਾਨਕ ਨੇ। ਪਰ ਅੱਜ ਜੰਗ ਆਰੰਭ ਕਰਨੀ ਹੈ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਅਰਦਾਸ ਕੀਤੀ ਜੀ। ਗੁਰੂ ਅੰਗਦ ਦੇਵ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ। ਸ਼੍ਰੀ ਅੰਗਦ ਕੁਲ ਚੰਦ ਬੰਦ ਕਰ ਬੰਧਨ ਮੋਰੀ। ਦੁੰਦ ਬਿਲੰਦ ਨਿਕੰਦ ਕੰਦ ਸੁਖ ਸ਼ਰਣੀ ਤੋਰੀ। ਦੀਨ ਬੰਦ ਗੁਣ ਸਿੰਧ ਪੰਧ ਗਤ ਕੋ ਦਿਖਰਾਵਤ। ਜਸ ਵਿਸਾਲ ਅਰ ਘਾਲ ਘਾਲ ਦਾਸਨ ਮਨ ਭਾਵਤ। ਜਰ ਅਜਰ ਗੋਏ ਔਰ ਅਜਰ ਮਹਿ ਨਹਿ ਦਿਖਾਏ ਅਸ ਮਤ ਗਹੇ। ਬਰ ਬਦਨ ਸਦਨ ਸੁਖ ਬਰ ਦੇਹੋ ਲਹੋਂ ਵਿਜੈ ਰਿਪ ਦਲ ਦਹੇ। ਮਹਾਰਾਜ ਜਿੱਤ ਹੋਵੇ, ਦੁਸ਼ਮਣਾਂ ਦਾ ਦਲ ਨਾਸ ਹੋ ਜਾਵੇ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਅਰਦਾਸ ਕਰਦੇ ਜੀ ਸੱਚੇ ਪਾਤਸ਼ਾਹ। ਹਾਂਜੀ। ਕੁਲ ਭੱਲਿਅਨ ਕੇ ਮੌਰ ਔਰ ਸਮਸਰ ਨਹਿ ਜਾਨੀਐਤ। ਇਹ ਕਿਹਦਾ ਨਾਮ ਆ ਗਿਆ? ਗੁਰੂ ਅਮਰਦਾਸ ਜੀ ਦਾ ਜੀ। ਕੁਲ ਭੱਲਿਅਨ ਕੇ ਮੌਰ ਔਰ ਸਮਸਰ ਨਹਿ ਜਾਨੀਐਤ। ਭੱਲਿਆਂ ਦੇ ਸਿਰ ਮੌਰ, ਜਿਨ੍ਹਾਂ ਬਰਾਬਰ ਹੋਰ ਕੋਈ ਨਹੀਂ ਹੈਗਾ। ਹਾਂਜੀ। ਦਾਤਾ ਮਹਿਦ ਉਦਾਰ ਸਾਰ ਦਾਸਨ ਦੇ ਭਨੀਅਤ। ਹਾਂਜੀ। 22 ਮੰਜੀ ਦੀਨ ਕੀਨ ਸਿੱਖ ਦਾਸ ਨਿਹਾਲਾ। ਇਹ ਸੱਚੇ ਪਾਤਸ਼ਾਹ ਦਾਸਾਂ ਨੂੰ ਨਿਹਾਲ ਕਰਨ ਵਾਲੇ, 22 ਮੰਜੀਆਂ ਸਿੱਖਾਂ ਦੀਆਂ ਸਾਜ ਕੇ ਗੁਰਸਿੱਖਾਂ ਸੰਗਤਾਂ ਨੂੰ ਨਿਹਾਲ ਕਰਨ ਵਾਲੇ। ਨਿਵੇਂ ਜਗਤ ਦਰਬਾਰ ਧਾਰ ਇੱਛਾ ਸੋ ਵਿਸਾਲਾ। ਸਾਰਾ ਜਗਤ ਤੁਹਾਡੇ ਦਰਬਾਰ ਦੇ ਅੱਗੇ ਨਿਵਦਾ ਹੈ ਗੁਰੂ ਅਮਰਦਾਸ ਜੀ। ਪਿਖ ਪ੍ਰੇਮ ਨੇਮ ਬਿਨ ਸ਼ੇਮ ਦੇ। ਤੁਸੀਂ ਪ੍ਰੇਮ ਵੇਖਦੇ ਹੋ ਸੱਚੇ ਪਾਤਸ਼ਾਹ, ਪ੍ਰੇਮ ਵੇਖ ਕੇ ਮੁਕਤੀ ਦਿੰਦੇ ਹੋ। ਇਮ ਕੀਰਤੀ ਬਹੁ ਸਜੈ। ਇਹ ਤੁਹਾਡੀ ਕੀਰਤੀ ਹੈ। ਇਹ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ ਹੱਥ ਜੋੜ ਕੇ। ਸ੍ਰੀ ਅਮਰਦਾਸ ਗੁਣ ਰਾਸ ਬਰ ਬਰ ਦੇਵ ਹੋ ਰਿਪ ਤੇ ਵਿਜੈ। ਇਹ ਗੁਰੂ ਅਮਰਦਾਸ ਸਾਹਿਬ ਵਰ ਦਿਓ। ਮਹਾਰਾਜ ਅਸੀਂ ਅੱਜ ਪਹਿਲੀ ਜੰਗ ਕਰਨ ਲੱਗੇ, ਸਾਡੀ ਜਿੱਤ ਹੋਵੇ ਮਹਾਰਾਜ। ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਸੁਣ ਲਓ। ਕੁਲ ਭੱਲਿਅਨ ਕੇ ਮੋਰ ਔਰ ਸਮਸਰ ਨਹਿ ਜਨੀਅਤ। ਦਾਤਾ ਮਹਿਦ ਉਦਾਰ ਸਾਰ ਦਾਸਨ ਦੇ ਭਨੀਅਤ। 22 ਮੰਜੀ ਦੀਨ ਕੀਨ ਸਿੱਖ ਦਾਸ ਨਿਹਾਲਾ। ਨਿਵੇਂ ਜਗਤ ਦਰਬਾਰ ਧਾਰ ਇੱਛਾ ਸੋ ਵਿਸਾਲਾ। ਪਿਖ ਪ੍ਰੇਮ ਨੇਮ ਬਿਨ ਛੇਮ ਦੇ ਇਮ ਕੀਰਤ ਬਹੁ ਸਜੈ। ਸ਼੍ਰੀ ਅਮਰਦਾਸ ਗੁਣ ਰਾਸ ਬਰ ਬਰ ਦੇਵ ਹੋ ਰਿਪ ਤੇ ਵਿਜੈ। ਮਹਾਰਾਜ ਸਾਡੀ ਜਿੱਤ ਹੋਵੇ। ਆਖੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। ਹਾਂਜੀ। ਚੌਥੇ ਸਤਿਗੁਰ ਭਏ ਲਏ ਜਸ ਜਗਤ ਉਜਾਲਾ। ਚੌਥੇ ਸਤਿਗੁਰ ਭਏ ਲਏ ਜਸ ਜਗਤ ਉਜਾਲਾ।
ਹੇ ਗੁਰੂ ਰਾਮਦਾਸ ਸਾਹਿਬ, ਤੁਹਾਡੀ ਵੀ ਬੜੀ ਸਿਫਤ ਹੈ ਜਸ ਜਗਤ ਵਿੱਚ। ਹਾਂਜੀ, ਸਦਾ ਪ੍ਰੇਮ ਕੀ ਬਸੀ ਦਿਤ ਬਰ ਹੋਤ ਕਿਰਪਾਲਾ। ਤੁਸੀਂ ਪ੍ਰੇਮ ਦੇ ਵਾਸੋਂ ਵੱਡੇ ਵੱਡੇ ਵਰ ਦੇਣ ਵਾਲੇ ਹੋ। ਹਾਂਜੀ, ਮਾਇਆ ਬਿਖੈ ਅਲੇਪ ਛੇਮ ਨਹਿ ਕਿਨਹੂ ਕਾਲਾ। ਤੁਸੀਂ ਮਾਇਆ ਵਿੱਚੋਂ ਨਿਰਲੇਪ ਚ ਕਿਸੇ ਸਮੇਂ ਵੀ, ਹਰ ਇੱਕ ਸਮੇਂ ਹੀ ਮੁਕਤੀ ਦੇਣ ਵਾਲੇ ਹੋ। ਹਾਂਜੀ, ਸਦਾ ਸਚਿਦਾਨੰਦ ਬੰਦ ਪਦ ਭਏ ਨਿਹਾਲਾ। ਤੁਸੀਂ ਪਰਮੇਸ਼ਰ ਦਾ ਰੂਪ ਹੋ। ਹਾਂਜੀ, ਨਿਤ ਨਮਹਿ ਨਮਹਿ ਪੁਨ ਪੁਨ ਨਮਹਿ ਮਹਿ ਮਹਿ ਮਹਿਮਾ ਮਹਾਂਬਰ। ਸੱਚੇ ਪਾਤਸ਼ਾਹ ਦਿਨ ਨੂੰ ਵਰ ਦਿੰਦੇ, ਉਹਨੂੰ ਨਿਹਾਲ ਕਰਦੇ ਤੇ ਨਿਤ ਨਮਹਿ ਨਿਮਹਿ ਪੁਨ ਪੁਨ ਨਮਹਿ। ਹੇ ਗੁਰੂ ਰਾਮਦਾਸ, ਮੈਂ ਤੁਹਾਨੂੰ ਰੋਜ਼ ਹੀ ਮੱਥਾ ਟੇਕਦਾ, ਰੋਜ਼ ਹੀ ਝੁਕਦਾ, ਰੋਜ਼ ਝੁਕਦਾ, ਬਾਰ ਬਾਰ ਝੁਕਦਾ। ਮਹਿ ਮਹਿ ਮਹਿਮਾ ਮਹਾਂਬਰ। ਮਹਿ ਦਾ ਅਰਥ ਹੈ ਧਰਤੀ। ਧਰਤੀ ਵਿੱਚ ਤੁਹਾਡੀ ਬੜੀ ਵੱਡੀ ਮਹਿਮਾ ਹੈ ਗੁਰੂ ਰਾਮਦਾਸ ਦੀ। ਹਾਂਜੀ, ਕਰ ਜੋਰ ਨਿਹੋਰਤ ਵਿਜੈ ਦੇਹੋ ਗੁਰ ਰਾਮਦਾਸ ਸ੍ਰੀ ਬਦਨ ਬਾਰ। ਹੇ ਗੁਰੂ ਰਾਮਦਾਸ ਸਾਹਿਬ, ਆਪਣੇ ਮੁਖ ਤੋਂ ਬਚਨ ਦਿਓ। ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰ ਰਿਹਾ, ਬਚਨ ਦਿਓ। ਅੱਜ ਜੰਗ ਕਰਨੀ ਹੈ, ਸਾਡੀ ਜੰਗ 'ਚ ਜਿੱਤ ਹੋਵੇ ਜੀ। ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ। ਸੁਣ ਲਓ ਤੁਸੀਂ ਵੀ। ਚੌਥੇ ਸਤਿਗੁਰ ਭਏ ਲਏ ਜਸ ਜਗਤ ਉਜਾਲਾ। ਸਦਾ ਪ੍ਰੇਮ ਕੇ ਬਸੀ ਦੇਤ ਬਰ ਹੋਏ ਕਿਰਪਾਲਾ। ਮਾਇਆ ਬਿਖੈ ਅਲੇਪ ਛੇਪ ਨਹਿ ਕਿਸਹੂ ਕਾਲਾ। ਸਦਾ ਸਚ ਦਾ ਆਨੰਦ ਬੰਦ ਪਦ ਭਏ ਨਿਹਾਲਾ। ਨਿਤ ਨਿਮਹਿ ਨਿਮਹਿ ਪੁਨ ਪੁਨ ਨਮਹਿ ਮਹਿ ਮਹਿ ਮਹਿਮਾ ਮਹਾਂਬਰ। ਕਰ ਜੋਰ ਨਿਹੋਰਤ ਵਿਜੈ ਦੇਹੋ ਗੁਰ ਰਾਮਦਾਸ ਸ੍ਰੀ ਬਦਨ ਬਰ। ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਮਹਾਰਾਜ। ਦਰਬਾਰ ਸਾਹਿਬ 'ਚ ਖਲੋ ਕੇ ਗੁਰੂ ਹਰਗੋਬਿੰਦ ਸਾਹਿਬ ਬੋਲ ਰਹੇ ਆ ਜੀ। ਕੀ ਲੋੜ ਬੋਲਣ ਦੀ ਜੀ, ਉਹ ਤਾਂ ਆਪ ਹੀ ਗੁਰੂ ਰਾਮਦਾਸ ਨੇ, ਪਰ ਸਾਨੂੰ ਤਰੀਕਾ ਦੱਸਦੇ ਆ ਜੀ। ਹਾਂਜੀ, ਭਗਤ ਭਾਵਨਾ ਹਰਨ ਭਰਨ ਭੈ ਸ੍ਰੀ ਭਗਵੰਤਾ। ਭਗਤਾਂ ਦੀ ਭਾਵਨਾ ਨੂੰ ਪੂਰਿਆਂ ਕਰਨ ਵਾਲੇ, ਦੁੱਖਾਂ ਨੂੰ ਦੂਰ ਕਰਨ ਵਾਲੇ ਸ਼੍ਰੀ ਭਗਵੰਤ ਪਰਮੇਸ਼ਰ ਜੀ। ਸ਼ਰਨ ਸੂਰ ਪ੍ਰਣਪੂਰ ਮੁਕਤ ਦਾਇਕ ਸਭ ਸੰਤਾ। ਸ਼ਰਨ ਵਿੱਚ ਆਏ ਦੀ ਰੱਖਿਆ ਕਰਨ ਵਾਲੇ, ਸ਼ਰਨ ਸੂਰਮੇ ਹੋ ਮਹਾਰਾਜ। ਤੁਸੀਂ ਪ੍ਰਣਾ ਨੂੰ ਪੂਰੇ ਕਰਨ ਵਾਲੇ ਹੋ, ਮੁਕਤੀ ਨੂੰ ਦੇਣ ਵਾਲੇ ਹੋ, ਸੰਤਾਂ ਦੇ ਪਿਆਰੇ ਹੋ। ਪਰਉਪਕਾਰੀ ਧੀਰ ਭੀਰ ਨਿਤ ਸਿੰਘਨ ਕੇਰੀ। ਪਰਉਪਕਾਰੀ ਹੋ, ਧੀਰਜ ਧਾਰੀ ਹੋ, ਸਿੱਖਾਂ ਤੇ ਜੇ ਭੀੜ ਪਵੇ ਤਾਂ ਦੂਰ ਕਰਨ ਵਾਲੇ ਹੋ। ਕਰਤ ਉਧਾਰ ਉਦਾਰ ਬਿਦਤ ਜਿਤ ਕਿਤ ਮਹਿ ਕੇਰੀ। ਸੱਚੇ ਪਾਤਸ਼ਾਹ ਧਰਤੀ ਤੇ ਵੇਖਿਆ, ਜਿੱਥੇ ਤੁਹਾਡੀ ਮਿਹਰ ਹੋ ਜਾਵੇ ਤੁਸੀਂ ਉਧਾਰ ਕਰਦੇ ਹੋ। ਹਾਂਜੀ, ਸ੍ਰੀ ਅਰਜਨ ਸਿਰਜਨ ਸ਼੍ਰੇਹ ਜਨ ਨਮੋ ਨਮੋ ਪਗ ਸਤਿਗੁਰੂ। ਹੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਮੈਂ ਨਮੋ 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 ਭਾਵ ਆਪ ਜੀ ਦੇ ਚਰਨਾਂ 'ਚ ਨਮਸਕਾਰ ਹੈ। ਪੜ੍ਹਦੇ ਨਾ ਜਾਪ ਸਕ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ। ਹਾਂਜੀ, ਅਬ ਸ਼ਤਰੂ ਜੀਤ ਕੀ ਕਾਮਨਾ ਹੁਤੋਂ ਪਲਾਵ ਹੈ ਸਮਰੁਰੂ। ਸੱਚੇ ਪਾਤਸ਼ਾਹ ਵੈਰੀਆਂ ਨੂੰ ਮਾਰਨਾ ਹੈ, ਇਹ ਕਾਮਨਾ। ਹਿਰਨਾ ਵਾਂਗੂ ਦੜਾ ਦਈਏ, ਇਹ ਸਾਨੂੰ ਵਰ ਦਿਓ। ਇਹ ਖਲੋ ਕੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਵੀ ਅਰਦਾਸ ਕਰਦੇ। ਸੁਣਿਓ ਧਿਆਨ ਨਾਲ। ਭਗਤ ਭਾਵਨਾ ਭਰਨ ਹਰਨ ਭੈ ਸ੍ਰੀ ਭਗਵੰਤਾ। ਸ਼ਰਨ ਸੂਰ ਪ੍ਰਣਪੂਰ ਮੁਕਤ ਦਾਇਕ ਸਭ ਸੰਤਾ। ਪਰ ਉਪਕਾਰੀ ਧੀਰ ਭੀਰ ਨਿਤ ਸਿੱਖਨ ਕੇਰੀ। ਕਰਤ ਉਧਾਰ ਉਦਾਰ ਬਿਦਤ ਜਿਤ ਕਿਤ ਮਹਿ ਹੈਰੀ। ਸ਼੍ਰੀ ਅਰਜਨ ਸਿਰਜਨ ਸ਼੍ਰੇਯ ਜਨ ਨਮੋ ਨਮੋ ਪਗ ਸਤਿਗੁਰੂ। ਅਬ ਸ਼ਤਰੂ ਜੀਤ ਕੀ ਕਾਮਨਾ ਹਤੋਂ ਪਲਾਵਹੁ ਸਮਰੁਰੂ। ਇਹ ਗੁਰੂ ਹਰਗੋਬਿੰਦ ਸਾਹਿਬ ਪੰਜਾਂ ਗੁਰੂਆਂ ਦਾ ਨਾਮ ਲੈ ਕੇ ਅਰਦਾਸ ਕਰਦੇ ਆ। ਹਾਂਜੀ,
ਦੋਹਰਾ ਸੁਨ ਉਸਤਤ ਕੋ ਤਿਹ ਸਮੈ ਸ਼੍ਰੀ ਹਰਿਮੰਦਰ ਮਾਹੇ। ਅੰਮ੍ਰਿਤ ਵੇਲੇ ਦਾ ਸਮਾਂ ਦਿਨ ਚੜ੍ਹਨ ਨੂੰ ਅਜੇ ਘੱਟੋ ਘੱਟ ਨਹੀਂ 4-4.25 ਘੰਟੇ ਪਏ ਆ ਜੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਬੋਲ ਕੇ ਇਸ ਤਰ੍ਹਾਂ ਉਸਤਤ ਕੀਤੇ, ਹਰਿਮੰਦਰ ਸਾਹਿਬ ਵਿੱਚੋਂ ਆਵਾਜ਼ ਆਈ ਦੀ ਹੈ ਕਿਤੇ। ਹਾਂਜੀ, ਗਿਰਾ ਪ੍ਰਗਟ ਹੋਈ ਸੁਨੀ ਕਰਹੁ ਤੁਰਕ ਗਨ ਦਾਹੇ। ਆਵਾਜ਼ ਪ੍ਰਗਟ ਹੋਈ। ਗੁਰੂ ਜੀ ਨਾਲ ਜਿੰਨੇ ਸਿੱਖ ਨੇ ਨਾ, ਉਹਨਾਂ ਸਾਰਿਆਂ ਨੇ ਵੇਖੀ ਹੈ, ਉਹ ਵਾਹਿਗੁਰੂ ਆਵਾਜ਼ ਸੁਣੀ ਹੈ। ਉਹ ਆਵਾਜ਼ ਕੀ ਆਈ ਹਰਿਮੰਦਰ ਸਾਹਿਬ ਵਿੱਚੋਂ? ਸਾਰੇ ਤੁਰਕਾਂ ਨੂੰ ਮਾਰ ਦਿਓ ਕਹਿੰਦੇ, ਜਿਹੜੇ ਚੜ ਕੇ ਆਏ। ਹਾਂਜੀ, ਪ੍ਰਥਮ ਜੰਗ ਤੁਮ ਤੇ ਉਠਿਓ ਲਰੈ ਬਹੁਤ ਹੀ ਕਾਲ। ਇਹ ਅੱਜ ਪਹਿਲੀ ਜੰਗ ਆਰੰਭ ਹੋਈ ਹੈ, ਅੱਗੋਂ ਵੀ ਜੰਗ ਆਰੰਭ ਰਹੇਗੀ। ਇਹ ਹਰਿਮੰਦਰ ਸਾਹਿਬ ਦੇ ਅੰਦਰੋਂ ਆਵਾਜ਼ ਆ ਰਹੀ ਹੈ ਜੀ। ਕੌਣ ਬੋਲ ਰਿਹਾ? ਇਹ ਤਾਂ ਮਹਾਰਾਜ ਜੀ ਜਾਣਦੇ ਹੈ। ਹਾਂਜੀ, ਸਨੇ ਸਨੇ ਗਨ ਤੁਰਕ ਕੀ ਉਖ ਰਹਿ ਜਰਾਂ ਵਿਸਾਲ। ਇਸ ਦੇਸ਼ 'ਚ ਤੁਰਕਾਂ ਦਾ ਰਾਜ ਹੈ, ਜ਼ੁਲਮ ਕਰ ਰਹੇ ਆ। ਸਹਿਜੇ ਸਹਿਜੇ ਉਹਨਾਂ ਦੀ ਜੜ ਉਖੜ ਜਾਏਗੀ ਇਸ ਦੇਸ਼ ਤੋਂ। ਹਰਿਮੰਦਰ ਸਾਹਿਬ ਦੇ ਅੰਦਰੋਂ ਆਵਾਜ਼ ਆ ਰਹੀ ਹੈ। ਹਾਂਜੀ, ਲਹੋ ਵਿਜੈ ਰਿਪ ਬ੍ਰਿੰਦ ਤੇ ਨਿਰਪੈ ਹਤੋ ਹਥਿਆਰ। ਤੇ ਹਰਿਮੰਦਰ ਸਾਹਿਬ ਦੇ ਅੰਦਰੋਂ ਆਵਾਜ਼ ਆਈ ਹੈ, ਬੜੇ ਦੁਸ਼ਮਣ ਇਕੱਠੇ ਹੋ ਕੇ ਆਏ ਐ, ਤੁਹਾਡੀ ਜਿੱਤ ਹੋਵੇਗੀ। ਅੰਦਰੋਂ ਆਵਾਜ਼ ਆਈ, ਤੁਸੀਂ ਨਿਰਭੈ ਹੋ ਕੇ ਲੜੋ। ਹਾਂਜੀ, ਮਾਰ ਮਲੇਸ਼ਨ ਸੈਨ ਕੋ ਲੀਜੈ ਵਿਜੈ ਉਦਾਰ। ਇਹਨਾਂ ਮਲੇਸ਼ਾਂ ਦੀ ਸੈਨਾ ਮਾਰ ਦਿਓ, ਜਿੱਤ ਲਵੋ। ਇਹ ਹਰਿਮੰਦਰ ਸਾਹਿਬ ਦੇ ਅੰਦਰੋਂ ਆਵਾਜ਼ ਆਈ ਜੀ। ਸਾਧ ਸੰਗਤ ਜੀ, ਇਹ ਹਰਿਮੰਦਰ ਸਾਹਿਬ ਕ੍ਰਿਸ਼ਮੇ ਵਰਤਦੇ ਆ, ਵਰਤਦੇ ਅੱਜ ਵੀ ਵਰਤਦੇ। ਆਖੋ ਵਾਹਿਗੁਰੂ ਵਾਹਿਗੁਰੂ। ਤੁਸੀਂ ਉੱਥੇ ਦਰਬਾਰ ਸਾਹਿਬ ਦਰਸ਼ਨ ਕਰਨ ਜਾਓ, ਦਰਸ਼ਨੀ ਦਿਉੜੀ ਇਸ ਤਰ੍ਹਾਂ ਹੀ ਖਲੋਣਾ। ਸੱਜੇ ਪਾਸੇ ਜਿੱਥੇ ਟੱਲ ਲੱਗਾ ਹੈ ਨਾ, ਉਹਦੇ ਉੱਪਰ ਲਿਖਿਆ ਇੱਕ ਕ੍ਰਿਸ਼ਮਾ ਜੀ। ਤੁਹਾਡੇ ਚੋਂ ਬਹੁਤਿਆਂ ਨੇ ਪੜ੍ਹਿਆ ਹੋਏਗਾ। ਲਗਭਗ 450 ਸਰੀਰ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦੇ ਅੰਦਰ ਸੀਗਾ, ਤੇ ਸੱਜੇ ਪਾਸਿਓਂ ਇੱਕ ਬਹੁਤ ਤੇਜ਼ ਰੌਸ਼ਨੀ ਆਈ ਜੀ, ਬਹੁਤ ਤੇਜ਼ ਰੌਸ਼ਨੀ ਆਈ। ਜਿੱਥੇ ਪੀੜਾ ਸਾਹਿਬ ਹੈ ਉਹਦੇ ਅੱਗੇ ਉਹ ਫਟ ਗਈ ਜੀ ਰੌਸ਼ਨੀ, ਹੋਰ ਫੈਲੀ ਇੱਕਦਮ। ਆਵਾਜ਼ ਆਈ, ਫਿਰ ਉਹ ਰੌਸ਼ਨੀ ਇਕੱਠੀ ਹੋਈ, ਉਹ ਫਿਰ ਸਾਧ ਸੰਗਤ ਜੀ ਦੂਜੇ ਰਸਤੇ ਤੋਂ ਨਿਕਲ ਗਈ, ਸੱਜੇ ਪਾਸੇ ਦੇ ਦਰਵਾਜ਼ੇ। ਇੰਨੇ ਸਰੀਰ ਸੀ, ਕਿਸੇ ਨੂੰ ਨੁਕਸਾਨ ਨਹੀਂ ਹੋਇਆ ਜੀ। ਇਹ ਕ੍ਰਿਸ਼ਮਾ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਜੀ। ਇਹ ਵੇਖਿਆ ਤੇ ਬਾਕੀ ਬੜਿਆਂ ਨੂੰ ਹਰਿਮੰਦਰ ਸਾਹਿਬ ਦੇ ਅੰਦਰੋਂ ਆਵਾਜ਼ਾਂ ਵੀ ਆ ਜਾਂਦੀਆਂ ਨੇ ਜੀ। ਉਹ ਕਿਹਦੀਆਂ ਨੇ ਅਸੀਂ ਨਹੀਂ ਜਾਣਦੇ। ਭਾਈ ਕੁਲਵੰਤ ਸਿੰਘ ਨੇ, ਹੁਣ ਵੀ ਦਰਬਾਰ ਸਾਹਿਬ ਰਹਿੰਦੇ, ਅਮਰੀਕਾ ਪੱਕੇ ਹੈ। ਜਦੋਂ ਇੰਡੀਆ ਆਉਂਦੇ, ਉਹਨਾਂ ਦਾ ਘਰ ਹੈ ਇੱਥੇ ਸਾਧ ਸੰਗਤ ਜੀ, ਤੇ ਲਗਭਗ 24 ਘੰਟਿਆਂ ਵਿੱਚੋਂ ਉਹ 18 ਘੰਟੇ ਦਰਬਾਰ ਸਾਹਿਬ ਹੀ ਰਹਿੰਦੇ ਜੀ। ਜਦੋਂ ਆਉਂਦੇ ਘਰ ਸੌਣ ਹੀ ਜਾਂਦੇ, ਸੁਖਮਨੀ ਸਾਹਿਬ ਦੇ ਪਾਠ ਕਰੀ ਜਾਂਦੇ। ਜਿੱਥੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਬੁੰਗਾ ਨਾ ਪਰਿਕਰਮਾ 'ਚ, ਉੱਥੇ ਉਹ ਮੱਥਾ ਟੇਕਣ ਦਾ ਜੀ। ਅਸੀਂ ਵੀ ਸਾਰੇ ਥੱਲੋਂ ਮੱਥਾ ਟੇਕਦੇ ਨੇ ਜੀ। ਤੇ ਉਹਨਾਂ ਨੂੰ ਆਵਾਜ਼ ਆਈ, ਉੱਤੇ ਆ ਕੇ ਮੱਥਾ ਟੇਕਿਆ ਕਰ। ਉੱਤੇ ਆ ਕੇ ਆਸੇ ਪਾਸੇ ਪੁੱਛਿਆ ਉਹਨਾਂ ਵੀ ਤੁਸੀਂ ਬੋਲੇ? ਤੁਸੀਂ? ਉਹ ਕਹਿੰਦੇ ਅਸੀਂ ਨਹੀਂ ਬੋਲੇ। ਆਵਾਜ਼ ਆਈ ਜੀ, ਉੱਤੇ ਆ ਕੇ ਮੱਥਾ ਟੇਕਿਆ ਕਰ ਵੀ। ਉਸ ਦਿਨ ਤੋਂ ਉੱਤੇ ਜਾ ਕੇ ਮੱਥਾ ਟੇਕਦੇ। ਇਹ ਨਹੀਂ ਪਤਾ ਲੱਗਦਾ। ਗੁਰੂ ਹਰਗੋਬਿੰਦ ਸਾਹਿਬ ਨੇ ਅਰਦਾਸ ਕੀਤੀ, ਦਰਬਾਰ ਸਾਹਿਬ ਅੰਦਰੋਂ ਆਵਾਜ਼ ਆਈ, ਹਥਿਆਰ ਚੁੱਕੋ, ਦੁਸ਼ਟਾਂ ਦਾ ਨਾਸ਼ ਕਰੋ, ਤੁਹਾਡੀ ਜਿੱਤ ਹੋਵੇਗੀ। ਅੰਦਰੋਂ ਆਵਾਜ਼ ਆਈ। ਸਾਧ ਸੰਗਤ ਸੁਣ ਸੁਨ ਸ਼੍ਰੀ ਹਰਗੋਬਿੰਦ ਜੀ ਨਮੋ ਕਰੀ ਕਰ ਜੋਰ। ਗੁਰੂ ਹਰਗੋਬਿੰਦ ਸਾਹਿਬ ਇਹ ਗੱਲ ਸੁਣ ਕੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ। ਤੁਸੀਂ ਵੀ ਟੇਕੋ। ਹਾਂਜੀ, ਪਰਮ ਪ੍ਰੇਮ ਕਰ ਨਿਕਸ ਤਬ ਫਿਰੇ ਪ੍ਰਦਰਸ਼ਨਾ ਔਰ। ਮਹਾਰਾਜ ਪ੍ਰੇਮ ਦੇ ਵਿੱਚ ਭਰ ਗਏ ਵੀ ਅੰਦਰੋਂ ਇਸ਼ਾਰਾ ਹੋ ਗਿਆ ਸਾਨੂੰ ਜੀ। ਫਿਰ ਪ੍ਰਕਰਮਾ ਵਿੱਚ ਆਏ। ਚਤਰ ਪ੍ਰਕਰਮਾ ਕਰ ਫਿਰੇ ਕਰ ਬੰਧਨ ਦਰਬਾਰ। 4 ਪ੍ਰਕਰਮਾ ਦਰਬਾਰ ਸਾਹਿਬ ਦੀਆਂ ਕੀਤੀਆਂ ਮਹਾਰਾਜ ਨੇ, ਸਰੋਵਰ ਦੀਆਂ ਨਹੀਂ, ਦਰਬਾਰ ਸਾਹਿਬ ਦੀਆਂ। ਹਾਂਜੀ, ਪੌਰ ਦਰਸ਼ਨੀ ਆਏ ਕੈ ਸਿਰ ਧਰ ਨਮੈ ਉਦਾਰ। ਦਰਸ਼ਨੀ ਦਰਵਾਜ਼ੇ ਤੇ ਆ ਕੇ ਫਿਰ ਮੱਥਾ ਟੇਕਿਆ। ਕਰਿਓ ਹਕਾਰਨ ਹੈ ਬਲੀ ਆਇਓ ਤਹ ਤਤਕਾਲ। ਫਿਰ ਯੋਧਿਆਂ ਨੂੰ ਸੱਦਿਆ, ਸਾਧ ਸੰਗਤ ਜੀ ਘੋੜੇ ਨੂੰ ਸੱਦਿਆ। ਆਰੋਹਨ ਸਤਿਗੁਰ ਭਏ ਤਨੁਖ ਕਠੋਰ ਸੰਭਾਲ। ਤੇ ਜੰਗ ਵਾਸਤੇ ਤਿਆਰ ਨੇ ਗੁਰੂ ਹਰਗੋਬਿੰਦ ਸਾਹਿਬ। ਘੋੜੇ ਤੇ ਸੱਦ ਗਏ ਜੀ, ਤੀਰ ਕਮਾਨ ਸਜਾ ਲਿਆ,
ਮੇਰੀ ਪੀਰੀ ਸਜਾ ਲਈ। ਚੰਚਲ ਬਲੀ ਤੁਰੰਗ ਬਹੁ ਕੀਮਤ ਜਿਸ ਕੀ ਲਾਖ। ਲੱਖ ਰੁਪਏ ਦਾ ਘੋੜਾ ਉਸ ਜ਼ਮਾਨੇ ਵਿੱਚ ਜਿਹਦੇ ਤੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਹੋਏ ਨੇ ਜੀ। ਹਾਂਜੀ। ਗੁਰ ਮਨਸੋਂ ਲੈ ਲੀਨ ਹੋਏ ਚਲਤ ਜਥਾ ਅਭਿਲਾਖ। ਗੁਰ ਮਨ ਸੋ ਲਏ ਲੀਨ ਹੋਏ ਚਲਤ ਜਥਾ ਅਭਿਲਾਖ। ਮਹਾਰਾਜ ਫਿਰ ਬੜੇ ਉਤਸ਼ਾਹ ਦੇ ਨਾਲ ਤੁਰੇ ਹਨ। ਗੋਲ ਚਮੂ ਕੋ ਸੰਗ ਲੈ ਹੋਏ ਗੁਰੂ ਸਾਵਧਾਨ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਫਿਰ ਫੌਜ ਦਾ ਜੱਥਾ ਲੈ ਕੇ ਸਾਵਧਾਨ ਹੋਏ ਤਾਂ ਅੱਗੇ ਚੱਲੇ। ਚਾਹਤ ਭੇ ਸੰਗਰਾਮ ਕੋ ਗਏ ਰਾਮ ਸਰਥਾਨ। ਜੰਗ ਚਾਹੁੰਦੇ ਆ ਸਿੱਖਾਂ ਨੂੰ ਲੈ ਕੇ ਰਾਮਸਰ ਵਾਲੇ ਸਥਾਨ ਤੇ ਗਏ ਵੀ ਪਰਿਵਾਰ ਤੋਰ ਦਈਏ, ਅੱਜ ਤੇ ਬਰਾਤ ਆਉਣੀ ਹੀ ਘਰ 'ਚ। ਹਾਂਜੀ। ਕਰੀ ਸੰਭਾਰ ਪਰਿਵਾਰ ਕੀ ਸ਼੍ਰੀ ਸਤਿਗੁਰ ਤਿਸ ਕਾਲ। ਮਹਾਰਾਜ ਨੇ ਫਿਰ ਉੱਥੇ ਪਰਿਵਾਰ ਦੇ ਜੀਆਂ ਨੂੰ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਹਾਂਜੀ। ਇੱਕ ਵੀਰੋ ਕੀ ਸੁਧ ਨਹੀਂ ਔਰ ਸਕਲ ਹੈ ਨਾਲ। ਸਾਹਿਬਜ਼ਾਦੇ ਨਾਲ ਹੈ, ਸਾਰਾ ਪਰਿਵਾਰ ਨਾਲ ਹੈ, ਪਰ ਮਹਾਰਾਜ ਵੇਖਦੇ ਵੀ ਧੀ ਰਾਣੀ ਨਹੀਂ ਵੇਖ ਰਹੀ। ਵੀਰੋ ਨਹੀਂ ਹੈ, ਜਿਹਦਾ ਵਿਆਹ ਹੈ ਉਹ ਤਾਂ ਨਾਲ ਹੀ ਨਹੀਂ ਹੈ। ਹਾਂਜੀ। ਗੁੜੀਆ ਨਹੀਂ ਸੰਭਾਲਤੀ ਬੀਬੀ ਬੀਚ ਅਗਾਰ। ਹਾਂਜੀ। ਰਾਖਤ ਪ੍ਰਾਨਨ ਜਿਉ ਜਿਨੈ ਐਸੇ ਕਰਿਓ ਵਿਚਾਰ। ਤੇ ਸਾਧ ਸੰਗਤ ਪੁੱਛਦੇ ਮਹਾਰਾਜ ਵੀ ਕਿੱਥੇ ਹੈ? ਆਖੋ ਵਾਹਿਗੁਰੂ। ਕਹਿੰਦੇ ਵੀ ਘਰ 'ਚ ਉਹ ਤੇ ਗੁੱਡੀਆਂ ਸਾਂਭ ਰਹੀ ਸੀਗੀ ਵੀਰੋ, ਹੈ ਤੇ ਬੀਬੀ ਬੀਚ ਅਗਾਰ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਜਿਵੇਂ ਕਿਵੇਂ ਪ੍ਰਾਣ ਬਚ ਜਾਣ, ਸਾਰਿਆਂ ਨੂੰ ਹੁਣ ਇਹ ਚਿੰਤਾ ਪੈ ਗਈ। ਉਹ ਤਾਂ ਕਿਤੇ ਗੁੱਡੀਆਂ ਹੀ ਸਾਂਭਦੀ ਰਹਿ ਗਈ, ਆਰਾਮ ਕਰਦੀ ਰਹਿ ਗਈ। ਜਾਂ ਵੇਖ ਲਓ ਕਮਾਲ ਦੀ ਗੱਲ। ਹਾਂਜੀ। ਮਾਤਾ ਸਮਝਿਓ ਹੋਏਗੀ ਦੂਸਰ ਮਾਤਾ ਸੰਗ। ਮਹਾਰਾਜ ਮਾਤਾ ਦਮੋਦਰੀ ਨੂੰ ਪੁੱਛਦੇ ਵੀ ਨਾਲ ਨਹੀਂ ਲਿਆ ਵੀਰੋ ਨੂੰ। ਮਾਤਾ ਦਮੋਦਰੀ ਜੀ ਕਹਿੰਦੇ ਮੈਂ ਤੇ ਸੋਚਿਆ ਨਾਨਕੀ ਜੀ ਨਾਲ ਹੈ, ਕਿਉਂ ਉਹ ਡੋਲੀ 'ਚ ਸੀਗੇ ਜੀ। ਹਾਂਜੀ। ਜਾਂ ਤੇ ਭੂਲੀ ਸਦਨ ਮੈਂ ਲਿਆਵੇ ਕੌਣ ਨਿਸੰਗ। ਇਹ ਹੁਣ ਧੀ ਤਾਂ ਘਰ ਹੀ ਭੁੱਲ ਗਈਆਂ। ਮਹਾਰਾਜ ਹੁਣ ਕੌਣ ਲੈ ਕੇ ਆਏਗਾ, ਕਿਉਂ ਫੌਜਾਂ ਫੈਲ ਚੁੱਕੀਆਂ ਸੀਗੀਆਂ ਆਸੇ ਪਾਸੇ ਜੀ। ਬਹੁਤ ਸਾਧ ਸੰਗਤ ਜੀ ਫੌਜਾਂ ਫੈਲ ਚੁੱਕੀਆਂ ਸੀ, ਉਹ ਦਰਬਾਰ ਅੰਦਰ ਪ੍ਰਵੇਸ਼ ਹੋ ਰਹੀਆਂ ਸੀ ਸ਼ਹਿਰ ਦੇ ਜੀ। ਹਾਂਜੀ। ਸਿੰਘੇ ਪ੍ਰੋਹਤ ਕੋ ਕਹਿਓ ਬਾਬਕ ਸੰਗ ਸਿਧਾਰ। ਆਨੋ ਬੀਬੀ ਕੋ ਇਹਾਂ ਸਫਲ ਜਨਮ ਤੁਹਾਰ। ਤੇ ਸਿੰਘੇ ਨਾਮੇ ਪ੍ਰੋਹਤ ਨੂੰ, ਸਿੰਘਾ ਭਾਈ ਸਿੰਘਾ ਪ੍ਰੋਹਤ ਹੀ ਸੀ ਮਹਾਰਾਜ ਦਾ ਜੀ। ਉਹ ਦੂਜਾ ਨਹੀਂ, ਟੇਵਿਆਂ ਵਾਲਾ ਨਹੀਂ, ਇਹਨੂੰ ਪ੍ਰੋਹਤ ਵਿਦਵਾਨ ਸੀ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਜਾਓ ਨਾਲ ਬਾਬਕ ਰਬਾਬੀ ਕੀਰਤਨੀਆ। ਮਹਾਰਾਜ ਦਾ ਰਾਗੀ ਸੀਗਾ, ਉਹਦਾ ਨਾਂ ਸੀ ਭਾਈ ਬਾਬਕ। ਤੇ ਮਹਾਰਾਜ ਕਹਿੰਦੇ ਜਾ ਨਾਲ ਲੈ ਕੇ ਜਾਓ, ਸਾਰੇ ਇਕੱਠੇ ਹੋ ਕੇ ਜਾਓ ਤੇ ਬੱਚੀ ਨੂੰ ਇੱਥੇ ਲੈ ਕੇ ਆਓ, ਇਹ ਸੇਵਾ ਤਗੜੇ ਹੋ ਕੇ ਕਰੋ। ਮਹਾਰਾਜ ਕਹਿੰਦੇ ਤੁਹਾਡਾ ਜਨਮ ਹੀ ਸਫਲਾ ਹੋ ਜਾਏਗਾ ਸਾਰਾ। ਬਚਨ ਕਰਤਾ ਜੀ। ਹਾਂਜੀ। ਸ਼੍ਰੀ ਗੁਰ ਆਗਿਆ ਤੇ ਚੱਲੇ ਹੱਥ ਬੰਦੂਕਨ ਧਾਰ। ਮਹਾਰਾਜ ਦੀ ਆਗਿਆ ਸੁਣ ਕੇ ਹੱਥਾਂ 'ਚ ਬੰਦੂਕਾਂ ਫੜ ਕੇ ਉਹ ਗੁਰੂ ਕੇ ਮਹਿਲ ਨੂੰ ਤੁਰੇ। ਤੇ ਹਨੇਰਾ ਸੀ, ਫੌਜਾਂ ਹੁਣ ਤੁਰੀਆਂ ਫਿਰਦੀਆਂ ਸੀ ਉੱਥੇ ਜੀ। ਹਾਂਜੀ। ਸ਼੍ਰੀ ਨਾਨਕ ਸਿਮਰਤ ਹਿਰਦੈ ਕਾਰਜ ਲਿਆਵਹਿ ਸਾਰ। ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਮਹਾਰਾਜ ਹੁਣ ਕੰਮ ਪੂਰਾ ਹੋ ਜਾਵੇ, ਬੇਬੀ ਨੂੰ ਲੈ ਆਈਏ, ਬੇਬੀ ਵੀਰੋ ਨੂੰ। ਹਾਂਜੀ। ਦਈ ਨਿਸ਼ਾਨੀ ਸਿਮਰਨੀ ਕਹਿਓ ਜੇ ਹੋਏ ਭਟ ਭੇਰ। ਤਪਕ ਆਵਾਜ਼ ਕਰੀ ਜੀਐ ਪਠਹਿ ਵੀਰ ਬਿਨ ਦੇਰ। ਆਖੋ ਵਾਹਿਗੁਰੂ। ਮਹਾਰਾਜ ਅੰਤਰਜਾਮੀ ਜਾਣੀ ਜਾਣ। ਮਹਾਰਾਜ ਨੇ ਇੱਕ ਸਿਮਰਨਾ ਦਿੱਤਾ ਆਪਣਾ ਜੀ। ਮਹਾਰਾਜ ਕਹਿੰਦੇ ਇਹਨੂੰ ਰੱਖ ਲਓ, ਲੋੜ ਪਏਗੀ ਇਹਦੀ। ਹੁਣ ਉਹਨਾਂ ਨੂੰ ਵੀ ਨਹੀਂ ਪਤਾ ਵੀ ਕਿਉਂ ਦਿੱਤਾ। ਦੂਜਾ ਮਹਾਰਾਜ ਕਹਿੰਦੇ ਪਹਿਲਾਂ ਗੋਲੀ ਨਹੀਂ ਚਲਾਉਣੀ, ਤੁਸੀਂ ਇਹਦਾ ਚੇਤੇ ਰੱਖਿਓ। ਹੁਣ ਤਾਂ ਫੌਜਾਂ ਵਿੱਚੋਂ ਹੀ ਕੱਢ ਕੇ ਲਿਆਉਣ ਵਾਲੀ ਗੱਲ ਸੀਗੀ ਜੀ। ਹਾਂਜੀ। ਕਿਰਬੇ ਤੇ ਚੌਕਸ ਰਹੋ ਦਾਵ ਘਾਵ ਕਰ ਜਾਏ। ਇੱਧਰ ਉੱਧਰ ਦਾਵ ਘਾਵ ਵਰਤ ਲਿਓ, ਘੇਰੇ 'ਚ ਨਾ ਆਇਓ। ਹਜ਼ਾਰਾਂ ਦਾ ਘੇਰਾ ਪੈ ਜਾਣਾ ਸੀਗਾ ਜੀ, ਤੇ ਵਿੱਚ ਧੀ ਧਿਆਣੀ। ਹਾਂਜੀ। ਵੀਰ ਸਹਾਇਕ ਸਭ ਖਰੇ ਸੁਨਤ ਸ਼ੀਘਰਤਾ ਆਏ। ਸਾਰੇ ਸੂਰਮੇ ਖੜੇ ਸਨ। ਮਹਾਰਾਜ ਕਹਿੰਦੇ ਛੇਤੀ ਜਾਓ ਤੇ ਆਓ। ਦੋਨੋਂ ਜੋਧਾ ਧੀਰ ਧਰ ਗਏ ਤੁਰੰਗ ਧਵਾਏ। ਦੋ ਯੋਧੇ ਗਏ, ਕੌਣ ਜੀ? ਸਿੰਘਾ ਪ੍ਰੋਹਤ ਤੇ ਭਾਈ ਬਾਬਕ ਰਬਾਬੀ।
ਇਹਨਾਂ ਦੋਵਾਂ ਨੂੰ ਭੇਜਿਆ। ਸਤਿਗੁਰ ਕਰਤ ਪ੍ਰਤੀਖਨਾ ਖਰੇ ਭਏ ਤਿਸ ਥਾਏ। ਤੇ ਮਹਾਰਾਜ ਆਪ ਉਥੇ ਰਾਮਸਰ ਖਲੋਤੇ ਆ, ਉਡੀਕਣ ਦੇ ਆ ਵੀ ਬੀਬੀ ਵੀਰੋ ਨੂੰ ਲੈ ਕੇ ਆਉਣਾ। ਅੱਗੋਂ ਕਥਾ ਕੱਲ ਨੂੰ ਸੁਣਾਂਗੇ। ਹਾਂਜੀ, ਹੁਣ ਬੀਬੀ ਵੀਰੋ ਜੀ ਆਉਂਦੇ ਆ, ਕਿਵੇਂ ਆਉਂਦੇ ਆ, ਸਿਮਰਨਾ ਕਿਉਂ ਦਿੱਤਾ ਮਹਾਰਾਜ ਨੇ, ਇਹ ਤਾਂ ਕੱਲ ਹੀ ਪਤਾ ਲੱਗੇਗਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।